ਅੱਜ ਆਪਾਂ ਸ੍ਰੀ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਦੀਆਂ ਅਸ਼ਟਪਦੀਆਂ ਸ਼ੁਰੂ ਕਰਨ ਲੱਗੇ ਹਾਂ ਜੀ। ਪਹਿਲੀ ਅਸ਼ਟਪਦੀ ਲੈ ਰਹੇ ਹਾਂ, ਅੰਗ 64 64। ਹਾਂ ਜੀ, ਰਾਮ ਪ੍ਰਕਾਸ਼ ਜੀ ਤੁਹਾਡਾ ਮਾਈਕ ਖੋਲਤਾ ਤੁਸੀਂ ਪਲੀਜ਼। ਰਾਮ ਪ੍ਰਕਾਸ਼ ਜੀ, ਅੰਗ 64 ਤੇ ਉਹ 65 ਤੇ ਜਾ ਰਹੀ ਹੈ ਅਸ਼ਟਪਦੀ। ਅਸ਼ਟਪਦੀ 8 ਪਦਿਆਂ ਦੀ ਹੁੰਦੀ ਹੈ। ਪਹਿਲੇ ਘਰ 'ਚ ਇਹਦੀ ਵਿਚਾਰ ਕਰਨੀ ਹੈ। ਉੱਪਰ ਮਹਾਰਾਜ ਨੇ ਸੇਧ ਦਿੱਤੀ ਹੋਈ ਹੈ, ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ। ਇਹ ਅਸ਼ਟਪਦੀਆਂ ਇੱਥੋਂ ਸ਼ੁਰੂ ਹੋ ਰਹੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਗੁਰਮੁਖੇ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਹੁਣ ਇੱਥੇ ਗੁਰਮੁਖੇ ਕਿਰਪਾ ਕਰੇ, ਹੁਣ ਕੌਣ ਕਿਰਪਾ ਕਰੂਗਾ? ਇੱਥੇ ਗੁਰਮੁਖੇ ਲਿਖਿਆ ਹੋਇਆ ਹੈ। ਫਿਰ ਥੱਲੇ ਕਹਿ ਰਹੇ, ਇਸੇ ਲਾਈਨ ਦੇ ਵਿੱਚ ਥੱਲੇ ਕਹਿ ਰਹੇ, ਬਿਨ ਗੁਰ ਭਗਤ ਨਾ ਹੋਏ। ਕਹਿੰਦੇ ਗੁਰੂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਤੇ ਗੁਰਮੁਖੀ ਕਿਰਪਾ ਕੀ ਹੋਈ? ਗੁਰਮੁਖ ਕੌਣ ਹੈ ਕਿਰਪਾ ਕਰਨ ਵਾਲਾ? ਕਿਰਪਾ ਕਰਨ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਕਿਰਪਾ ਉਹਨੇ ਗੁਰਮੁਖ ਤੋਂ ਕਰਨੀ ਆ। ਗੁਰਮੁਖ ਕੀ ਹੈਗਾ? ਗੁਰਮੁਖ ਜਿਹੜਾ ਗਿਆਨ ਗੁਰੂ ਕੋਲ ਆਇਆ ਉਹਨੂੰ ਗੁਰਮੁਖ ਕਹਿੰਦੇ ਆ। ਗੁਰੂ ਦੇ ਮੁਖ ਤੋਂ ਗਿਆਨ ਆਉਣਾ ਚਾਹੀਦਾ ਹੈ। ਗੁਰੂ ਉਹ ਬ੍ਰਹਮ ਗਿਆਨ ਹੋਣਾ ਚਾਹੀਦਾ ਹੈ। ਉਹ ਬੂੰਦ ਜਿਹੜੀ ਸਾਗਰ 'ਚ ਹੋਏ ਉਹਦਾ ਗਿਆਨ ਹੋਣਾ ਚਾਹੀਦਾ ਹੈ। ਉਹ ਗਿਆਨ ਜਿਹੜਾ ਹੈਗਾ ਉਹ ਗੁਰੂ ਦਾ ਗਿਆਨ ਹੈ ਭਾਈ। ਉਹਦੇ ਨਾਲ ਕਿਰਪਾ ਹੋਣੀ ਹੈ। ਔਰ ਕਿਰਪਾ ਕਰਨ ਵਾਲਾ ਮਾਲਕ ਪਰਮਾਤਮਾ ਹੈਗਾ। ਗੁਰਮੁਖੇ ਭਗਤ, ਗੁਰਮੁਖੇ ਕਿਰਪਾ ਕਰੇ ਭਗਤ ਕੀਜੇ, ਤਾਂ ਭਗਤੀ ਕਰ ਸਕਦੇ ਹਾਂ। ਭਗਤੀ ਹੋਊਗੀ ਤਾਂ ਜੇ ਗੁਰੂ ਦਾ ਗਿਆਨ ਆ ਜਾਏਗਾ, ਜੇ ਬ੍ਰਹਮ ਗਿਆਨ ਆ ਜਾਏਗਾ। ਬਿਨ ਗੁਰ ਭਗਤ ਨਾ ਹੋਏ। ਗੁਰੂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਆਜੋ ਪਿਆਰਿਓ, ਬਹੁਤ ਆਜੋ। 64 ਅੰਗ ਤੇ ਹੈਗੇ ਆਪਾਂ। ਬਾਣੀ ਖੋਲ ਲੈਣਾ ਪਲੀਜ਼। ਗੁਰਮੁਖੇ ਭਗਤ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਇਹ ਗੁਰਮੁਖ ਜਿਹੜਾ ਹੈਗਾ ਗੁਰੂ ਦੇ ਮੁਖ ਤੋਂ ਗਿਆਨ ਆਇਆ ਆ। ਔਰ ਕਿਵੇਂ ਵੀ ਪਹੁੰਚ ਜਾਏ ਆਪਣੇ ਕੋਲ, ਇਮਟੀਰੀਅਲ ਹੈ, ਕਿਹਦੇ ਥਰੂ ਆ ਰਿਹਾ ਹੈ? ਡਾਇਰੈਕਟ ਗੁਰੂ ਕੋਲੋਂ ਆ ਰਿਹਾ, ਜਾਂ ਕਿਸੇ ਹੋਰ ਦੇ ਥਰੂ ਆ ਰਿਹਾ, ਜਾਂ ਕਿਸੇ ਜਿਹੜੇ ਹੈਗੇ ਸਾਧਨਾ ਕਰਨ ਵਾਲੇ ਸਾਧਕ ਦੇ ਥਰੂ ਆ ਰਿਹਾ ਹੈ। ਗਿਆਨ ਜਿਹੜਾ ਹੈਗਾ ਗੁਰੂ ਦਾ ਚਾਹੀਦਾ ਆ। ਗਿਆਨ ਗੁਰੂ ਦਾ ਚਾਹੀਦਾ ਹੈ। ਗਿਆਨ ਬ੍ਰਹਮ ਗਿਆਨ ਹੋਣਾ ਚਾਹੀਦਾ ਹੈ। ਗਿਆਨ ਪਹੁੰਚੇ ਹੋਏ ਦਾ ਹੋਣਾ ਚਾਹੀਦਾ। ਜਿਹਨੇ ਯਾਤਰਾ ਕੀਤੀ ਆ ਉਹਨੇ ਜਿਹੜੀ ਕਲਮਬੱਧ ਕੀਤਾ ਹੈ ਉਹ ਗਿਆਨ ਹੋਣਾ ਚਾਹੀਦਾ ਹੈ। ਗੁਰਮੁਖੇ ਕਿਰਪਾ ਕਰੇ ਭਗਤ ਕੀਜੈ। ਭਗਤੀ ਤਾਂ ਕਰ ਸਕਦੇ ਹਾਂ ਭਾਈ, ਬਿਨ ਗੁਰ ਭਗਤ ਨਾ ਹੋਏ। ਬਗੈਰ ਗੁਰੂ ਦੇ ਕਹਿੰਦੇ ਆ ਭਗਤੀ ਨਹੀਂ ਹੋ ਸਕਦੀ। ਆਪੇ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੇ ਕੋਈ। ਔਰ ਇਹ ਫਿਰ ਜਿਹੜੇ ਹੈਗੇ ਆ, ਔਰ ਇਹ ਸ਼ਬਦ ਜਿਹੜਾ ਹੈਗਾ, ਇਹ ਸ਼ਬਦ ਮਹਾਰਾਜ ਨੇ 2 ਜਗ੍ਹਾ ਤੇ ਲਿਖਿਆ। 2 ਜਗ੍ਹਾ ਤੇ ਹੈਗਾ ਇਹ ਸ਼ਬਦ। ਇੱਕ ਜਿਹੜਾ ਹੈਗਾ ਚੌਪਦੇ ਦੇ ਵਿੱਚ ਹੈ, 4 ਪਦੇ ਹੈ ਸ਼ਬਦ ਦੇ, ਔਰ ਇੱਕ ਆ ਅਸ਼ਟਪਦੀ ਹੈਗੀ ਆ। ਇਹ ਸੇਮ ਦੀ ਸੇਮ ਅਸ਼ਟਪਦੀ ਦੇ ਵਿੱਚ ਸ਼ਬਦ ਹੈਗਾ ਔਰ ਚੌਪਦੇ ਦੇ ਵਿੱਚ ਵੀ ਹੈਗਾ, ਔਰ ਇਸੇ ਸ੍ਰੀ ਰਾਗ ਦੇ ਵਿੱਚ ਹੀ ਹੈਗਾ। ਔਰ ਆਪਾਂ ਕਰਕੇ ਆਏ ਹਾਂ ਉਹਨੂੰ। ਪਹਿਲਾਂ ਆਪਾਂ ਉਹ ਲਵਾਂਗੇ, ਫਿਰ ਇਹਨੂੰ ਲਵਾਂਗੇ। ਉਹ ਸ਼ਬਦ ਜਿਹੜਾ ਹੈਗਾ ਥੋੜੀ ਬਹੁਤ ਉਹਦੇ ਵਿੱਚ ਜਿਹੜੇ ਹੈਗੇ ਬੰਦ ਜਿਹੜੇ ਉਹਦੇ 4 ਹੀ ਹੈਗੇ, ਔਰ ਇਹਦੇ ਵਿੱਚ 8 ਬੰਦ ਹੈਗੇ ਆ।
ਉਹਦੇ ਵਿੱਚ ਅੰਗ ਹੈਗਾ 32 ਅੰਗ ਦੇ ਉੱਤੇ ਹੈਗਾ। ਅਸੀਂ 32 ਅੰਗ ਤੇ ਆ ਗਏ ਹਾਂ ਔਰ ਉਹਦੇ ਚ ਇਸੇ ਪਾਤਸ਼ਾਹੀ ਦਾ ਸ਼ਬਦ ਹੈਗਾ, ਇਸੇ ਪਾਤਸ਼ਾਹੀ ਦਾ ਸ਼ਬਦ ਹੈਗਾ ਔਰ ਦੋ ਜਗ੍ਹਾ ਤੇ ਸ਼ਬਦ ਹੈਗਾ, ਇੱਕ 32 ਅੰਗ ਤੇ ਇੱਕ 64 ਅੰਗ ਤੇ, ਡਬਲ ਕਰ ਦੋ ਇਹਨੂੰ, 64 ਅੰਗ ਦੇ ਉੱਤੇ ਸ਼ਬਦ ਹੈਗਾ, ਗੁਰਮੁਖੇ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ। ਇੱਥੇ ਹੋਈ ਲਿਖਿਆ ਹੋਇਆ ਆ ਔਰ ਉੱਥੇ ਦਰਸ਼ਨ ਕਰੋ, ਉੱਥੇ ਜਿਹੜਾ ਹੈਗਾ ਹੋਏ ਲਿਖਿਆ ਹੋਇਆ ਹੈ। 64 ਅੰਗ ਤੇ ਸੇਮ ਸ਼ਬਦ ਲਿਖਿਆ ਹੋਇਆ, ਗੁਰਮੁਖੇ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ। ਆ ਥੋੜੇ ਬਹੁਤ ਅੱਖਰਾਂ ਦਾ ਫਰਕ ਆ ਔਰ ਬੰਦਾਂ ਦਾ ਫਰਕ ਹੈਗਾ। ਇਹਦੇ ਵਿੱਚ 32 ਅੰਗ ਦੇ ਵਿੱਚ ਚੌਪਦੇ ਦੇ ਵਿੱਚ ਹੈਗਾ, 4 ਪਦੇ ਦੇ ਵਿੱਚ ਆ, ਪਹਿਲੇ 3 ਪਦੇ ਦੋਨਾਂ ਦੇ ਸੇਮ ਹੈਗੇ ਔਰ ਆਖਰੀ ਪਦਾ ਜਿਹੜਾ ਹੈਗਾ ਉਹ ਵੀ ਸੇਮ ਹੈਗਾ। ਵਿਚਾਲੇ ਮਹਾਰਾਜ ਨੇ ਜਿਹੜੇ ਹੈਗੇ ਅਸ਼ਟਪਦੀ ਦੇ ਵਿੱਚ 4 ਪਦੇ ਹੋਰ ਐਡ ਕੀਤੇ ਇਹਦੇ ਵਿੱਚ। ਇਸੇ ਪਾਤਸ਼ਾਹੀ ਨੇ ਇਸੇ ਸ਼ਬਦ ਨੂੰ ਵਿਸਤਾਰ ਕਰਕੇ ਹੋਰ ਸਮਝਾਇਆ ਆਪਾਂ ਨੂੰ। ਮਹਾਰਾਜ ਨੂੰ ਜ਼ਰੂਰਤ ਪਈ, ਮਹਾਰਾਜ ਨੂੰ ਮਹਿਸੂਸ ਕੀਤਾ ਬਈ ਇਹ ਜਿਹੜਾ ਹੈਗਾ, ਇਹ ਗਿਆਨ ਜਿਹੜਾ ਹੈਗਾ ਇਹਨੂੰ ਹੋਰ ਐਕਸਪਲੇਨੇਸ਼ਨ ਦੀ ਲੋੜ ਹੈ। ਹੁਣ ਅਸੀਂ 32 ਅੰਗ ਤੋਂ ਲੈ ਰਹੇ ਹਾਂ। ਸ੍ਰੀ ਰਾਗ ਮਹਲਾ ਤੀਜਾ, ਗੁਰਮੁਖੇ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ। ਗੁਰੂ ਤੋਂ ਬਗੈਰ ਭਗਤੀ ਹੋ ਹੀ ਨਹੀਂ ਸਕਦੀ। ਗੁਰੂ ਦਾ ਗਿਆਨ ਚਾਹੀਦਾ ਭਗਤੀ ਦੇ ਵਾਸਤੇ, ਗੁਰੂ ਦਾ GPS ਚਾਹੀਦਾ, ਗੁਰੂ ਦੀ ਡਾਇਰੈਕਸ਼ਨ ਚਾਹੀਦੀ ਹੈ ਔਰ ਕਿਰਪਾ ਕਰਨ ਵਾਲਾ ਹੈ ਮਾਲਕ ਪਰਮਾਤਮਾ। ਗੁਰਮੁਖੇ ਕਿਰਪਾ ਕਰੇ, ਜੇ ਗੁਰੂ ਦਾ ਗਿਆਨ ਦੇ ਦੇ, ਗੁਰੂ ਤੋਂ ਮੁਖ ਤੋਂ ਜਿਹੜਾ ਗਿਆਨ ਆਇਆ ਉਹ ਦੇ ਦੇ ਤਾਂ। ਔਰ ਕਿਰਪਾ ਕਿਵੇਂ ਕਰਨੀ ਹੈ ਮਹਾਰਾਜ ਨੇ, ਔਰ ਕਿਹਦੇ ਤੇ ਕਰਨੀ ਹੈ ਕਿਰਪਾ? ਕਿਰਪਾ ਕਰਨੀ ਹੈ ਮਹਾਰਾਜ ਨੇ ਜਿਹੜਾ ਪਾਤਰ ਹੁੰਦਾ ਹੈ, ਜਿਹਦੇ ਪਿਛਲੇ ਜਨਮ ਦੇ ਕੁਝ ਸੰਸਕਾਰ ਹੈਗੇ, ਪਿਛਲੀ ਭਗਤੀ ਕੀਤੀ ਹੈ ਜਾਂ ਇਸ ਜਨਮ 'ਚ ਜਿਹੜਾ ਹੈਗਾ ਉਹਨੇ ਭਗਤੀ ਕਰਨ ਦੀ ਇੱਛਾ ਹੈਗੀ, ਉਹਦੇ ਅੰਦਰ ਖਿੱਚ ਹੈਗੀ ਭਗਤੀ ਕਰਨ ਦੀ, ਉਹਦੇ ਉੱਤੇ ਕਿਰਪਾ ਹੋਣੀ ਹੈ। ਜਿਹੜੀ ਭੂਮੀ ਦੇ ਵਿੱਚ ਜਿਹੜਾ ਹੈਗਾ ਫਸਲ ਜਿਹੜੀ ਉੱਗਣ ਦੀ ਜਿਹੜੀ ਹੈ ਛਮਤਾ ਹੈਗੀ ਜਿਹਦੇ ਅੰਦਰ, ਉਹਦੇ ਤੇ ਕਿਰਪਾ ਹੋਣੀ ਹੈ। ਜਿਹਦੀ ਕਲਰ ਹੈਗੀ ਹੈ, ਜਿਹਦਾ ਇੰਟਰਸਟ ਹੀ ਨਹੀਂ ਹੈਗਾ ਇਸ ਪਾਸੇ ਨੂੰ, ਉਹਦੇ ਤੇ ਕੀ ਕਿਰਪਾ ਹੋਣੀ? ਉਹਦੇ ਤੇ ਮਹਾਰਾਜ ਨੇ ਜਿਹੜਾ ਹੈਗਾ ਉਹਨੂੰ ਗਿਆਨ ਦੇ ਕੇ ਕੀ ਕਰ ਲੈਣਾ? ਅਗਲੀ ਲਾਈਨ ਦੱਸਦੀ ਹੈ ਭਾਈ, ਗੁਰਮੁਖੀ ਕਿਰਪਾ ਕਰੈ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ। ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਸੋਈ। ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਸੋਈ। ਜੇ ਹੁਣ ਇੱਥੇ ਇਹ ਲਾਈਏ ਵੀ ਪਰਮਾਤਮਾ ਆਪੇ ਆਪ ਮਿਲਾ ਲੈਂਦਾ ਆ ਤੇ ਬੁੱਝ ਲੈਂਦਾ ਆ ਤੇ ਨਿਰਮਲ ਹੋ ਜਾਂਦਾ ਹੈ। ਨਿਰਮਲ ਹੋਵੇ ਸੋਈ ਲਿਖਿਆ ਹੋਇਆ, ਉਹ ਨਿਰਮਲ ਹੋ ਜਾਂਦਾ ਹੈ। ਇਹਦੇ 'ਚ ਤਾਂ ਕੋਈ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਹੈਗੀ ਕੋਈ ਸੇਧ ਮਿਲ ਨਹੀਂ ਰਹੀ। ਇਸ ਤਰੀਕੇ ਨਾਲ ਜੇ ਅਰਥ ਕਰੀਏ ਤੇ ਅੱਖਰਾਂ ਦੇ ਹਿਸਾਬ ਦੇ ਨਾਲ, ਆਪੇ ਆਪ ਮਿਲਾਏ ਬੁਝੈ, ਕੰਡੀਸ਼ਨ ਹੈਗੀ, ਚੁਆਇਸ ਹੈਗੀ ਭਾਈ। ਜਿਸਨੂੰ ਬ੍ਰਹਮ ਗਿਆਨ ਮਹਾਰਾਜ ਨੇ ਬ੍ਰਹਮ ਗਿਆਨ ਜਿਹੜਾ ਗੁਰੂ ਘਰ ਦੇ ਵਿੱਚ ਜਾਂ ਕਿਤੇ ਵੀ ਜਿਹੜਾ ਹੈਗਾ ਜਿੱਥੇ ਬ੍ਰਹਮ ਗਿਆਨ ਮਿਲਦਾ ਹੈ, ਜਿੱਥੇ ਜਿਹੜਾ ਹੈਗਾ ਇਹ ਗੁਰੂ ਦੀ ਮੱਤ ਜਿਹੜੀ ਹੈ, ਗੁਰੂ ਦੇ ਸ਼ਬਦ ਵਿਚਾਰੇ ਜਾਂਦੇ ਆ ਜਾਂ ਜਿੱਥੇ ਗੁਰਬਾਣੀ ਹੈਗੀ ਆ, ਜਿੱਥੇ ਕੀਰਤਨ ਹੋ ਰਿਹਾ ਆ, ਕਥਾ ਹੋ ਰਹੀ ਹੈ, ਉੱਥੇ ਜੇ ਇਨਸਾਨ ਜਿਹੜਾ ਹੈਗਾ ਆਪੇ ਆਪ ਮਿਲਾਏ, ਕਹਿੰਦੇ ਆਪਣੇ ਆਪ ਨੂੰ ਮਿਲਾਏ ਉਹਦੇ ਵਿੱਚ, ਗੁਰੂ ਦੀ ਜੋ ਗੁਰੂ ਦੀ ਮੱਤ, ਗੁਰਮੁਖ ਜੋ ਗੁਰੂ ਕਹਿ ਰਿਹਾ ਆ, ਜੋ ਗਿਆਨ ਕਹਿ ਰਿਹਾ ਆ, ਉਸ ਗਿਆਨ ਦੇ ਨਾਲ ਆਪਣੇ ਆਪ ਨੂੰ ਮਿਲਾ ਦੇ। ਆਪੇ ਆਪ ਮਿਲਾਏ, ਚੁਆਇਸ ਆ, ਮਰਜ਼ੀ ਹੈ ਮਿਲਾ ਦੇ, ਮਰਜ਼ੀ ਹੈ ਨਾ ਮਿਲਾਏ। ਆਪੇ ਆਪ ਮਿਲਾਏ ਬੁਝੈ, ਉਹਨੂੰ ਬੁੱਝ ਲੈ ਵੀ ਇਹ ਗਿਆਨ ਕੀ ਕਹਿ ਰਿਹਾ ਹੈ, ਇਹ ਗੁਰੂ ਕੀ ਕਹਿ ਰਿਹਾ ਹੈ। ਤਾਂ ਨਿਰਮਲ ਹੋਵੈ ਸੋਈ, ਉਹ ਜਿਹਨੇ ਆਪਣੇ ਆਪ ਨੂੰ ਮਿਲਾ ਦਿੱਤਾ ਉਹਦੇ ਵਿੱਚ, ਜਿਹਨੇ ਆਪਣਾ ਭਾਂਡਾ ਖਾਲੀ ਕਰ ਦਿੱਤਾ। ਆਪਣੇ ਆਪ ਨੂੰ ਮਿਲਾਉਣਾ ਕੀ ਹੈਗਾ? ਆਪਣਾ ਭਾਂਡਾ ਖਾਲੀ ਕਰ ਦੇਣਾ।
ਔਰ ਆਪਾਂ ਕੀ ਕਰਦੇ ਹਾਂ, ਆਪਾਂ ਜਿਹੜੇ ਹੈਗੇ ਆਪਾਂ ਤਾਂ ਬਿਲਕੁਲ ਭਰੇ ਪਏ ਆ। ਆਪਾਂ ਤਾਂ ਗਿਆਨ ਜਿਹੜਾ ਹੈਗਾ, ਇਹ ਗਿਆਨ ਜਿਹੜਾ ਹੈਗਾ ਆਪਣੇ ਅੰਦਰੋਂ ਇਸ ਤਰ੍ਹਾਂ ਜਿਵੇਂ ਕੁੱਕਰ ਜਿਹੜਾ ਨਾ ਪੂਰਾ ਫਟਣ ਤੇ ਹੁੰਦਾ ਨਾ, ਸੀਟੀ ਵੱਜਦੀ ਜਿਵੇਂ ਜਿਹੜੀ ਪ੍ਰੈਸ਼ਰ ਨਿਕਲਦਾ ਹੈ, ਉਸ ਤਰ੍ਹਾਂ ਆਪਾਂ ਹੈਗੇ ਆ ਭਾਈ। ਬਸ ਮਾੜੀ ਜਿਹੀ ਜਗ੍ਹਾ ਮਿਲੀ ਉੱਥੇ ਸੀਟੀਆਂ ਵਜਾਉਣ ਲੱਗ ਜਾਂਦੇ ਆ ਬਈ, ਇਸ ਤਰ੍ਹਾਂ ਹੈਗਾ। ਆਪਾਂ ਤਾਂ ਭਰੇ ਪਏ ਆ। ਆਪਾਂ ਕਿਹੜੇ ਪਾਸਿਓਂ ਆਪਣੇ ਆਪ ਨੂੰ ਮਿਲਾਵਾਂਗੇ? ਆਪਣੇ ਕੋਲ ਤਾਂ ਜਗ੍ਹਾ ਹੀ ਹੈ ਨੀ ਗੀ। ਆਪਣੀਆਂ ਤਾਂ ਸੀਟੀਆਂ ਵੱਜ ਰਹੀਆਂ ਆ, ਵਿਸਲਾਂ ਵੱਜ ਰਹੀਆਂ, ਆਪਾਂ ਤਾਂ ਫਟ ਜਾਵਾਂਗੇ ਜੇ ਨਾ ਜਿਹੜਾ ਪ੍ਰੈਸ਼ਰ ਰਿਲੀਜ਼ ਹੋਇਆ ਆਪਣਾ। ਤੇ ਆਪੇ ਆਪ ਮਿਲਾਏ ਬੂਝੈ। ਕਿਵੇਂ? ਆਪਣੇ ਆਪ ਨੂੰ ਤਾਂ ਆਪਾਂ ਮਿਲਾ ਨਹੀਂ ਰਹੇ। ਆਪਣੇ ਆਪ ਨੂੰ ਮਿਲਾਉਣਾ ਕੀ ਹੈਗਾ? ਵੀ ਆਪਣੇ ਆਪ ਨੂੰ ਮਿਲਾਉਣਾ ਹੈਗਾ ਵੀ ਆਪਣਾ ਆਪਾ ਅੱਗੇ ਰੱਖ ਦੇਣਾ, ਆਪਣੀ ਮੱਤ ਅੱਗੇ ਰੱਖ ਦੇਣੀ, ਆਪਣਾ ਭਾਂਡੇ ਦਾ ਢੱਕਣ ਖੋਲ ਦੇਣਾ, ਪ੍ਰੈਸ਼ਰ ਖਤਮ ਹੋ ਜਾਏ, ਖਾਲੀ ਜਗ੍ਹਾ ਹੋ ਜਾਏ, ਤਾਂ ਜਿਹੜਾ ਹੈਗਾ ਕੁਛ ਬੁੱਝ ਸਕਦੇ ਹਾਂ ਆਪਾਂ, ਤਾਂ ਕੁਛ ਆ ਜਾਏਗਾ ਭਾਂਡੇ ਦੇ ਵਿੱਚ, ਤਾਂ ਨਿਰਮਲ ਹੋਣ ਦੇ ਚਾਂਸਿਸ ਹੈਗੇ ਆ। ਆਪੇ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੇ ਸੋਈ। ਸੋਈ ਕੌਣ? ਉਹੀ ਜਿਹਨੇ ਆਪਣੇ ਆਪ ਨੂੰ ਮਿਲਾ ਦਿੱਤਾ, ਜਿਹਨੇ ਜਿਹੜਾ ਹੈਗਾ ਗੁਰੂ ਦੇ ਅੱਗੇ ਜਿਹੜਾ ਹੈਗਾ ਆਪਣੀ ਮੱਤ ਰੱਖ ਦਿੱਤੀ, ਆਪਣਾ ਮਨ ਰੱਖ ਦਿੱਤਾ। ਜਿਹਨੇ ਆਪਣੇ ਆਪ ਨੂੰ ਮਿਲਾਉਣਾ ਕੀ? ਆਪਣਾ ਮਨ ਰੱਖ ਦਿੱਤਾ ਜਿਹਨੇ। ਆਪਾਂ ਤਾਂ ਕਹਿੰਦੇ ਮਾੜਾ ਜਿਹਾ ਕੁਛ ਜਿਹੜਾ ਹੈਗਾ, ਥੋੜਾ ਜਿਹਾ ਜਿਹੜਾ ਹੈਗਾ ਪਤਾ ਲੱਗਿਆ, ਮਾੜਾ ਜਿਹਾ ਜਿਹੜਾ ਹੈਗਾ, ਤੇ ਆਪਾਂ ਤਾਂ ਸਮਝਦੇ ਹਾਂ ਕਿ ਮੇਰੇ ਵਰਗਾ ਤਾਂ ਕੋਈ ਤੀਸ ਮਾਰਕਾ ਨਹੀਂ ਹੈਗਾ, ਮੇਰੇ ਵਰਗਾ ਤਾਂ ਕੋਈ ਜਿਹੜਾ ਹੈਗਾ ਗਿਆਨੀ ਨਹੀਂ ਹੈਗਾ। ਆਪਾਂ ਤਾਂ ਫਟਣ ਲੱਗ ਜਾਂਦੇ ਹਾਂ। ਆਪੇ ਆਪ ਮਿਲਾਏ, ਕਿਵੇਂ ਆਪਣੇ ਆਪ ਨੂੰ ਮਿਲਾਵਾਂਗੇ? ਕਿਵੇਂ ਨਿਰਮਲ ਹੋਵਾਂਗੇ? ਆਪੇ ਆਪ ਮਿਲਾਏ ਬੂਝੇ, ਤਾਂ ਨਿਰਮਲ ਹੋਵੇ ਸੋਈ। ਹਰ ਜਿਉ ਸਾਚਾ, ਸਾਚੀ ਬਾਣੀ ਸ਼ਬਦੇ ਮਿਲਾਵਾ ਹੋਈ। ਕਹਿੰਦੇ ਪਰਮਾਤਮਾ ਸੱਚਾ ਹੈਗਾ ਭਾਈ, ਔਰ ਬਾਣੀ ਵੀ ਸੱਚੀ ਹੈ ਭਾਈ। ਇਹ ਬਾਣੀ ਵੀ ਸੱਚੀ ਹੈ, ਉਹ ਸੱਚ ਤੋਂ ਆਈ ਹੈ ਬਾਣੀ। ਇਹ ਗੁਰੂ ਦੀ ਮੱਤ ਵੀ ਸੱਚੀ ਹੈ, ਉਹ ਬਾਣੀ ਵੀ ਸੱਚੀ ਹੈ। ਜਿਹੜੀ ਸ਼ਬਦ ਜਿਹੜਾ ਹੈਗਾ ਉਹਦੇ ਨਾਲ ਹੀ ਮਿਲਾਵਾ ਹੋਣਾ ਹੈ। ਸ਼ਬਦੇ ਮਿਲਾਵਾ ਹੋਈ, ਸ਼ਬਦ ਦੇ ਦੁਆਰਾ ਮਿਲਾਵਾ ਹੋਣਾ ਹੈ। ਔਰ ਸ਼ਬਦ ਉਹਨੂੰ ਮਿਲਣਾ ਹੈ ਜਿਹਨੇ ਆਪਣਾ ਆਪ ਜਿਹੜਾ ਹੈਗਾ ਮਿਲਾ ਲਿਆ, ਬੁੱਝ ਲਿਆ। ਇੱਕ ਵਾਰੀ ਪੜ੍ਹ ਕੇ ਆਪਾਂ ਅਗਲੇ ਬੰਦ ਤੇ ਜਾਂਦੇ ਹਾਂ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਕਿਰਪਾ ਕਰਨ ਵਾਲਾ ਪਰਮਾਤਮਾ ਹੈਗਾ, ਔਰ ਕਿਰਪਾ ਕਰਨੀ ਹੈ ਗੁਰੂ ਤੋਂ ਬਗੈਰ, ਗੁਰੂ ਦੇ ਦੁਆਰਾ, ਗੁਰੂ ਦੇ ਮੁਖ ਤੋਂ ਜਿਹੜਾ ਗਿਆਨ ਆਇਆ ਆ, ਉਹ ਕਿਰਪਾ ਹੈਗੀ ਆ। ਔਰ ਕਿਰਪਾ ਉਸ ਤੇ ਕਰਨੀ ਹੈ ਜਿਹੜਾ ਆਪੇ ਆਪ ਮਿਲਾਏ ਬੂਝੇ, ਆਪਣੇ ਆਪ ਨੂੰ ਮਿਲਾ ਦਿੰਦਾ ਉਸ ਗਿਆਨ ਦੇ ਨਾਲ, ਔਰ ਬੁੱਝ ਲੈਂਦਾ ਹੈ। ਹਾਂਜੀ, ਮੈਂ ਕਿਹਾ ਇੱਥੇ ਤਾਂ ਮਤਲਬ ਪਹਿਲਾ ਸਟੈਪ ਤਾਂ ਪਰਮਾਤਮਾ ਨੇ ਕਰਨਾ, ਕਿ ਜਿਹਦੇ ਮਤਲਬ ਗੁਰਮੁਖ ਪਰਮਾਤਮਾ ਨੂੰ ਕਿਹਾ ਗਿਆ, ਗੁਰਮੁਖ ਕਿਰਪਾ ਕਰਦਾ ਆ, ਤਾਂ ਹੀ ਬੰਦਾ ਭਗਤੀ ਕਰ ਸਕਦਾ ਹੈ। ਪਰਮਾਤਮਾ ਨੇ ਗੁਰੂ ਨੂੰ ਮਿਲਾਉਣਾ ਹੈ। ਗੁਰਮੁਖ ਮਤਲਬ ਗੁਰੂ ਦਾ ਗਿਆਨ ਦੇਣਾ ਹੈ। ਗੁਰੂ ਦੇ ਮੁਖ ਤੋਂ ਜੋ ਚੀਜ਼ ਆਈ ਆ, ਉਹ ਜਿਹੜੀ ਪਹੁੰਚੀ ਹੋਈ, ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਬ੍ਰਹਮ ਗਿਆਨ ਆਇਆ, ਤੇ ਉਹ ਕਿਰਪਾ ਹੈਗੀ। ਮਿਲਾਉਣਾ ਪਰਮਾਤਮਾ ਨੇ ਹੈ, ਮਿਲਾਉਣਾ ਉਹਨੂੰ ਹੈਗਾ ਜਿਹਦੇ ਅੰਦਰ ਜਿਹੜਾ ਹੈਗਾ ਜਿਹਨੇ ਆਪਣੇ ਆਪ ਨੂੰ ਉਹਦੇ ਨਾਲ ਆਪਣੇ ਆਪ ਨੂੰ ਮਿਲਾ ਦਿੱਤਾ, ਜਿਹਨੇ ਆਪਣੇ ਆਪ ਨੂੰ ਅੱਗੇ ਰੱਖ ਦਿੱਤਾ, ਜਿਹਨੇ ਆਪਣੀ, ਜਿਹਦੇ ਅੰਦਰ ਪਿਆਸ ਪੈਦਾ ਹੁੰਦੀ ਆ, ਪਰਮਾਤਮਾ ਉਹਨੂੰ ਹੀ ਮਤਲਬ ਗੁਰਮੁਖ ਮਿਲਾਉਂਦਾ ਆ, ਮਤਲਬ ਬਾਣੀ ਮਿਲਾਉਂਦਾ, ਗਿਆਨ ਲਈ ਗੁਰੂ ਮਿਲਾਉਂਦਾ ਹੈ। ਹਾਂ, ਮਿਲਾਉਣਾ ਮਾਲਕ ਨੇ ਹੈਗਾ, ਔਰ ਮਿਲਣਾ ਉਹਨੇ ਹੈਗਾ ਜਿਹਨੇ ਆਪਣਾ ਆਪ ਅੱਗੇ ਰੱਖ ਦਿੱਤਾ। ਬੁੱਝਣਾ ਜਿਹਨੇ ਬੁੱਝ ਲਿਆ ਉਸ ਗੱਲ ਨੂੰ, ਉਸ ਗਿਆਨ ਨੂੰ ਜਿਹਨੇ ਬੁੱਝ ਲਿਆ, ਤਾਂ ਉਹ ਨਿਰਮਲ ਹੋਏਗਾ, ਨਹੀਂ ਤਾਂ ਨਿਰਮਲ ਨਹੀਂ ਹੋਏਗਾ। ਭਾਵੇਂ ਜਾ ਕੇ ਉਹਨੂੰ ਗਿਆਨ ਵੀ ਮਿਲ ਜਾਏ, ਭਾਵੇਂ ਜਿੰਨਾ ਮਰਜ਼ੀ ਜਿਹੜਾ ਹੈਗਾ ਕਿ ਜਿੰਨੀ ਮਰਜ਼ੀ ਬਾਣੀ ਨੂੰ ਵਾਚੀ ਜਾਏ, ਪੜ੍ਹੀ ਜਾਏ, ਸੁਣੀ ਜਾਏ, ਜੋ ਮਰਜ਼ੀ ਕਰੀ ਜਾਏ, ਜਦ ਆਪਣਾ ਆਪ ਨਹੀਂ ਮਿਲਾਇਆ, ਉਹਨੇ ਆਪਣਾ ਆਪ ਅੱਗੇ ਨਹੀਂ ਰੱਖਿਆ, ਬਾਣੀ ਦੇ ਥੱਲੇ ਆਪਣੇ ਆਪ ਨੂੰ, ਆਪਣੀ ਮੱਤ ਨੂੰ ਨਹੀਂ ਰੱਖਿਆ, ਆਪਣਾ ਮਨ ਨਹੀਂ ਰੱਖਿਆ ਅੱਗੇ, ਤੇ ਨਿਰਮਲ ਨਹੀਂ ਹੋ ਸਕਦੇ ਆਪਾਂ।
ਬਸ ਠੀਕ ਹੈ ਜੀ। ਹਾਂਜੀ ਹਾਂਜੀ ਮੈਂ ਸਮਝ ਗਿਆ ਭਾਜੀ ਕਿ ਮਤਲਬ ਤੇਰੇ ਅੰਦਰ ਇੱਛਾ ਪੈਦਾ ਹੁੰਦੀ ਹੈ ਤੇ ਪ੍ਰਮਾਤਮਾ ਤੇਰੇ ਲਈ ਇੱਕ ਪੈਰ ਤੂੰ ਚੱਕਦਾ, ਪ੍ਰਮਾਤਮਾ ਦੋ ਪੈਰ ਚੱਕ ਕੇ ਤੈਨੂੰ ਉਹ ਬੰਦਾ ਮਿਲਾ ਦਿੰਦਾ। ਹਾਂਜੀ ਔਰ ਫਿਰ ਤੈਨੂੰ ਆਪਣਾ ਆਪ ਮੂਹਰੇ ਪ੍ਰਗਟ ਕਰਨਾ ਪੈਂਦਾ ਗਿਆਨ ਲੈਣ ਲਈ, ਔਰ ਪ੍ਰਮਾਤਮਾ ਦੇ ਹਿਸਾਬ ਨਾਲ ਚੱਲਣਾ ਪੈਂਦਾ। ਇਹ ਨਹੀਂ ਫਿਰ ਵੀ ਹਾਲੇ ਵੀ ਤੁਸੀਂ ਜਿਹੜਾ ਨਾ ਫਿਰ ਥੋੜਾ ਮਿਸਟੇਕ ਕਰ ਗਏ ਕਿ ਬੰਦਾ ਮਿਲਾ ਦਿੰਦਾ, ਬੰਦੇ ਨਾਲ ਫਿਰ ਆਪਾਂ ਜਿਹੜੇ ਹੈਗੇ ਫਿਰ ਤੁਸੀਂ ਬੰਦੇ ਨਾਲ ਜੋੜਤਾ। ਗਿਆਨ ਦੀ ਗੱਲ ਕਰੋ। ਇਟ ਇਜ਼ ਇਮਟੀਰੀਅਲ। ਗਿਆਨ ਕਿੱਥੋਂ ਆ ਰਿਹਾ ਹੈ? ਬ੍ਰਹਮ ਗਿਆਨ ਹੋਣਾ ਚਾਹੀਦਾ ਹੈ, ਬੰਦਾ ਨਹੀਂ। ਬਸ ਹਾਂ ਹਾਂ ਨਹੀਂ ਮੈਂ ਉਹ ਸਮਝ ਗਿਆ ਭਾਜੀ ਕਿ ਮਤਲਬ ਤੂੰ ਅੰਦਰੋਂ ਇੱਛਾ ਕਰਦਾ ਉਸ ਮਾਲਕ ਨੂੰ ਮਿਲਣ ਲਈ ਤਾਂ ਸਾਧਨ ਉਹ ਬਣਾ ਦਿੰਦਾ, ਮਤਲਬ ਬਣ ਜਾਂਦਾ ਉਹਦੇ ਹਿਸਾਬ ਨਾਲ। ਹਾਂ ਆਪਾਂ ਨੂੰ ਮਨੁੱਖ ਜੂਨ ਮਿਲੀ ਹੋਈ ਹੈ। ਦੇਖੋ ਮਨੁੱਖ ਜੂਨ ਮਿਲੀ ਹੋਈ ਆ, ਜਿਹੜੇ ਵੀ ਇਨਸਾਨ ਨੂੰ ਮਨੁੱਖ ਜੂਨ ਮਿਲੀ ਆ ਉਸ ਨੂੰ ਜਿਹੜਾ ਹੈਗਾ ਸੰਗਤ ਦੇਣੀ, ਪਰਮਾਤਮਾ ਨੇ ਸੰਗਤ ਦੇਣੀ ਹੈ। ਪਰਮਾਤਮਾ ਨੇ ਮਾੜੀ ਸੰਗਤ ਤਾਂ ਆਟੋਮੈਟਿਕਲੀ ਆਪਾਂ ਨੇ ਨਿਮਾਣ ਵੱਲ ਨੂੰ ਜਾਣਾ ਹੈ ਤੇ ਆਰਾਮ ਨਾਲ ਚਲੇ ਜਾਣਾ ਹੈ। ਮਾਲਕ ਨੇ ਜਦ ਮਨੁੱਖ ਜੂਨ ਦਿੱਤੀ ਆ ਮਾਲਕ ਨੇ, ਤੇ ਮਨੁੱਖ ਜੂਨ ਦੇ ਕੇ ਮਾਲਕ ਨੇ ਕੰਮ ਕਰ ਇਹ ਜਿਹੜੀ ਹੈ ਬ੍ਰਹਮ ਗਿਆਨ ਵੀ ਮਾਲਕ ਨੇ ਦੇਣਾ ਹੈ। ਹੁਣ ਲੈਣਾ ਕਿ ਨਹੀਂ ਲੈਣਾ ਉਹ ਆਪਣੇ ਉੱਤੇ ਡਿਪੈਂਡ ਕਰਦਾ ਹੈ ਭਾਈ। ਆਪਣਾ ਢੱਕਣ ਖੁੱਲਾ ਹੈ ਕਿ ਨਹੀਂ ਖੁੱਲਾ। ਜਿਹਦਾ ਢੱਕਣ ਖੁੱਲਾ ਆ, ਜਿਹਨੇ ਆਪਣਾ ਭਾਂਡਾ ਖਾਲੀ ਕਰ ਲਿਆ, ਜਿਹਨੇ ਬਾਣੀ ਨੂੰ ਬੁੱਝ ਲਿਆ, ਆਪਣੇ ਆਪ ਨੂੰ ਮਿਲਾ ਦਿੱਤਾ ਉਸ ਗਿਆਨ ਦੇ ਨਾਲ, ਤਾਂ ਉਹ ਨਿਰਮਲ ਹੋ ਸਕਦਾ ਹੈ। ਆਹ ਕੰਡੀਸ਼ਨ ਹੈਗੀ ਭਾਈ। ਹੁਣ ਰਹਾਉ ਦੀ ਪੰਕਤੀ ਆਈ। ਇਹਨੂੰ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਜੀ, ਸਤਿਗੁਰੂ ਜਿਹੜਾ ਹੈ ਉਹਨੇ ਆਪਣੇ ਸਿੱਖ ਦੇ ਆਪੇ ਨੂੰ ਮਿਲਾਇਆ। ਜੇ ਉਹ ਮਿਲਾਏਗਾ ਤੇ ਫੇਰ ਹੀ ਸਿੱਖ ਬੁੱਝ ਪਾਏਗਾ। ਉਹਦੀ ਕਿਰਪਾ ਦ੍ਰਿਸ਼ਟੀ ਤੋਂ ਬਗੈਰ ਤੇ ਇਨੀਸ਼ੀਏਟਿਵ ਵੀ ਕੰਮ ਨਹੀਂ ਕਰਦਾ। ਵੀਰ ਜੀ ਸਤਿਗੁਰੂ ਜਿਹੜਾ ਹੈਗਾ, ਫਿਰ ਆਪਾਂ ਜਿਹੜੇ ਹੈਗੇ ਪਰਮਾਤਮਾ ਨੂੰ ਛੱਡ ਦਿੱਤਾ ਆਪਾਂ ਨੇ। ਨਹੀਂ ਗੱਲ ਤੇ ਉਹਨਾਂ ਦੀ ਸਤਿਗੁਰੂ ਜੀ, ਸਤਿਗੁਰੂ ਪਰਮਾਤਮਾ ਵੱਲੋਂ ਹੀ ਆ ਰਿਹਾ ਨਾ ਇੱਥੇ। ਨਹੀਂ 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 ਵੀਰ ਜੀ ਇਸ ਤਰ੍ਹਾਂ ਨਹੀਂ। ਦੇਖੋ ਇਹ ਜਿਹੜਾ ਹੈਗਾ ਨਾ ਇਹ ਨਹੀਂ, ਇਹ ਬਣ ਨਹੀਂ ਰਹੀ ਗੱਲ ਜਿਹੜੀ ਹੈ। ਮੈਂ ਇਹ ਪੁੱਛਣਾ ਚਾਹ ਰਿਹਾ ਕਿ ਜਿਹੜਾ ਸਿੱਖ ਬੁੱਝਦਾ ਹੈ ਉਹ ਕਦੋਂ ਬੁੱਝੇਗਾ? ਉਹਦੀ ਵੀਰ ਜੀ ਉਹ ਜਦੋਂ ਉਹਦੀ ਕਿਰਪਾ ਹੋਏਗੀ ਉਹ ਆਪਣੇ ਉਹਨੂੰ ਮਿਲਾਏਗਾ ਨਾਲ। ਨਹੀਂ ਨਹੀਂ ਮਿਲਾਉਣਾ ਨਹੀਂ ਹੈ ਨਾਲ, ਉਹਨੂੰ ਨਾਲ ਨਹੀਂ ਮਿਲਾਉਣਾ। ਇੱਥੇ ਇਹੀ ਤਾਂ ਗੜਬੜ ਆ। ਮਿਲਾਉਣਾ ਜਿਹੜਾ ਹੈਗਾ ਆਪੇ ਆਪ ਮਿਲਾਏ। ਮਿਲਾਉਣਾ ਜਿਹੜਾ ਹੈਗਾ ਜਿਹੜੇ ਮਨੁੱਖ ਜੂਨ ਦੇ ਵਿੱਚ ਹੈਗੇ ਆ ਉਹਨਾਂ ਨੇ ਮਿਲਾਉਣਾ ਆ ਆਪਣੇ ਆਪ ਨੂੰ। ਉਹਨਾਂ ਨੇ ਆਪਣੇ ਆਪ ਨੂੰ ਮਿਲਾਉਣਾ ਆ। ਆਹੀ ਤਾਂ ਭੇਤ ਹੈਗਾ ਇਸ ਜਗ੍ਹਾ ਤੇ। ਜਿਹਨੇ ਆਪਣੇ ਆਪ ਨੂੰ ਮਿਲਾ ਦਿੱਤਾ, ਆਪਣੇ ਆਪ ਨੂੰ ਆਪੇ ਆਪ, ਆਪਣੇ ਆਪੇ ਨੂੰ, ਆਪਣੀ ਹਉਮੈ ਨੂੰ, ਆਪਣੀ ਜੋ ਆਪਣੇ ਅੰਦਰ ਜਿਹੜਾ ਜੋ ਆਪਣੇ ਅੰਦਰ ਆਪਣੀ ਮੱਤ ਹੈਗੀ, ਜਿਹਨੇ ਆਪਣੀ ਮੱਤ ਛੱਡ ਦਿੱਤੀ ਔਰ ਗੁਰੂ ਦਾ ਗਿਆਨ ਲੈਣਾ ਜਿਹਨੇ ਐਕਸੈਪਟ ਕਰ ਲਿਆ, ਜਿਹਨੇ ਉਹ ਬੁੱਝ ਲਏਗਾ। ਜਿਹਨੇ ਬੁੱਝ ਲਿਆ, ਜਿਹਨੇ ਆਪਣੇ ਆਪ ਨੂੰ ਨਹੀਂ ਮਿਲਾਇਆ ਵੀ ਮੈਂ ਤਾਂ ਬਹੁਤ ਚੀਜ਼, ਮੈਂ ਤਾਂ ਬਹੁਤ ਜਾਣਦਾ ਹੈਗਾ, ਮੈਨੂੰ ਤਾਂ ਬਹੁਤ ਗਿਆਨ ਹੈਗਾ। ਜਿਹਨੇ ਆਪਣੇ ਆਪ ਜਿਹੜਾ ਹੈਗਾ ਨਹੀਂ ਆਪਣਾ ਆਪਾ ਛੱਡਿਆ ਤੇ ਉਹਨੇ ਕੀ ਬੁੱਝਣਾ ਆ? ਉਹ ਨਿਰਮਲ ਹੋ ਹੀ ਨਹੀਂ ਸਕਦਾ ਜਦ ਤੱਕ ਆਪਾਂ ਆਪਣੇ ਆਪ ਨੂੰ ਨਹੀਂ ਮਿਲਾਉਂਦੇ। ਆਪੇ ਆਪ ਮਿਲਾਏ ਆਪਣੇ ਆਪੇ ਨੂੰ। ਜਿਹੜਾ ਹੈਗਾ ਮੈਂ ਹੈਗਾ ਕੁਛ, ਮੈਂ ਗਿਆਨੀ ਹੈਗਾ, ਮੈਂ ਜਾਣਦਾ ਹੈਗਾ, ਉਹਨੇ ਜਿਹਨੇ ਆਪਣੇ ਆਪ ਨੂੰ ਮਿਲਾ ਦਿੱਤਾ। ਜਾਂ ਕਹਿ ਲਓ ਕਿ ਜਿਹੜੇ ਮਾਇਆ ਦੇ ਵਿੱਚ ਆਪਾਂ ਜਿਹੜੇ ਹੈਗੇ ਆ, ਆਪਾਂ ਨੂੰ ਆਪਣੇ ਆਪ ਨੂੰ ਮਿਲਾਉਣ ਦਾ, ਆਪਾਂ ਨੇ ਤਾਂ ਮਾਇਆ ਦੇ ਨਾਲ ਆਪਾਂ ਨੂੰ ਮਿਲਾਇਆ ਹੋਇਆ ਹੈ। ਦੁਨੀਆ ਦੇ ਪਦਾਰਥਾਂ ਦੇ ਨਾਲ, ਦੁਨੀਆ ਦੇ ਰਸਾਂ ਕਸਾਂ ਦੇ ਨਾਲ। ਜਿਹੜਾ ਉਧਰੋਂ ਛੁੱਟ ਕੇ ਆਪਣੇ ਮਨ ਨੂੰ ਜਿਹੜਾ ਹੈਗਾ ਮਿਲਾ ਦੇਗਾ ਇਸ ਗਿਆਨ ਦੇ ਨਾਲ, ਉਹ ਬੁੱਝ ਜਾਏਗਾ ਤਾਂ ਨਿਰਮਲ ਹੋ ਜਾਏਗਾ। ਇਹ ਗੱਲ ਵੀ ਤੁਹਾਡੀ ਜਾਇਜ਼ ਹੈ, ਬਿਲਕੁਲ ਮੰਨੀ ਜਾ ਸਕਦੀ ਹੈ। ਲੇਕਿਨ ਜਦੋਂ ਤੱਕ ਬੁੱਝਣ ਦਾ ਸਵਾਲ ਆਏਗਾ ਔਰ ਨਿਰਮਲ ਹੋਣ ਦਾ ਸਵਾਲ ਆਏਗਾ, ਉਹ ਉਦੋਂ ਹੀ ਹੋ ਸਕਦਾ ਜਦੋਂ ਉਹਦੀ ਆਪਣੀ ਕਿਰਪਾ ਹੋਏਗੀ। ਫੇਰ ਵੀਰ ਜੀ ਕਿਰਪਾ ਚਾਹੇ ਅਸੀਂ ਲੰਦੇ ਰਹੀਏ, ਲੇਕਿਨ ਬਿਨਾਂ ਉਹਦੀ ਦ੍ਰਿਸ਼ਟੀ ਦੇ, ਬਿਨਾਂ ਉਹਦੀ ਮਿਹਰ ਤੇ ਨਹੀਂ ਹੋ ਸਕਦਾ ਪੋਸੀਬਲ ਕਿ ਬੁੱਝ ਲਵੇ ਬੰਦਾ ਔਰ ਨਿਰਮਲ ਹੋ ਜਾਵੇ। ਮੇਰ ਤਾਂ ਵੀਰ ਜੀ, ਮੇਰ ਦੀ ਤਾਂ ਗੱਲ ਉਹੀ ਸਟਾਰਟਿੰਗ ਹੀ ਪੁਆਇੰਟ ਜਿਹੜਾ ਹੈਗਾ ਨਾ, ਦੇਖੋ ਮੇਰ ਜਿਹੜੀ ਹੈਗੀ ਆ, ਮਾਲਕ ਨੂੰ ਕੋਈ ਮੇਰ ਦੇ ਵਾਸਤੇ ਕ੍ਰਾਈਟੇਰੀਆ ਚਾਹੀਦਾ ਕਿ ਮੇਰ ਜਿਹੜਾ ਹੈ ਹੁਣ ਤੁਸੀਂ ਆਪਾਂ ਮੰਨ ਲਓ ਹੁਣ ਰੱਬ ਹੈਗਾ, ਉਹਨੇ ਹੁਣ ਮੇਰ ਕਰਨੀ ਆ ਤੇ ਉਹਦੀ ਕ੍ਰਾਈਟੇਰੀਆ ਕੀ ਹੋਏਗਾ ਮੇਰ ਕਰਨ ਦਾ? ਕਿਹਦੇ ਤੇ ਕਰਾਂਗੇ ਆਪਾਂ?
ਕਿਸ ਪਾਸੇ ਦੇਖਾਂਗੇ? ਗੋਲਾ ਚਿੱਟਾ, ਕਾਲਾ ਪੀਲਾ ਇਹਨਾਂ ਨੂੰ ਦੇਖਾਂਗੇ, ਜਾਂ ਕਿਹੜਾ ਜਿਹੜਾ ਹੈਗਾ ਕੋਈ ਬ੍ਰਾਹਮਣ ਦੇਖ ਲਾਂਗੇ, ਜਾਂ ਖੱਤਰੀ ਦੇਖ ਲਾਂਗੇ, ਸ਼ੂਦਰ ਦੇਖ ਲਾਂਗੇ, ਕਿੱਥੇ ਕਿਰਪਾ ਕਰਨੀ ਹੈ? ਕਿਰਪਾ ਦੇ ਕ੍ਰਾਈਟੇਰੀਆ ਚਾਹੀਦਾ ਨਾ ਕੋਈ। ਪੁੱਛਣ ਦਾ ਸਵਾਲ ਆਏਗਾ ਤੇ ਪੁੱਛਿਆ ਹੀ ਉਦੋਂ ਜਾਣਾ ਜਦੋਂ ਉਹਦੀ ਮਿਹਰ ਹੋ ਜਾਣੀ ਤੇ ਉਹ ਟੈਸਟ ਪੁਆਇੰਟ ਹੈ ਉਹਦਾ ਵੀ ਉਹ ਨਾ ਕਰਤੀ ਆ, ਨਹੀਂ ਤੇ ਪੁੱਛਿਆ ਹੀ ਨਹੀਂ ਜਾਣਾ ਸਾਡੇ ਕੋਲੋਂ। ਵੀਰ ਜੀ ਚਲੋ ਫਿਰ ਮੇਰ ਦੇ ਵਾਸਤੇ ਅੜੀਕ ਕਰੀ ਫਿਰ ਆਪ। ਨਹੀਂ ਨਹੀਂ ਰਿਐਲਿਟੀ ਆ ਰਹੀ ਆ। ਨਹੀਂ ਇੱਕ ਸੈਕਿੰਡ, ਮੈਂ ਤੁਹਾਨੂੰ ਆਪਣੇ ਪ੍ਰੈਕਟੀਕਲੀ ਦੱਸਦਾ ਕਿ ਗੁਰੂ ਘਰ ਜਾਂਦੇ ਆ, ਨਾਮ ਸੁਣਦੇ ਸੀ, ਬਟ ਮਨ ਚ ਆਉਂਦਾ ਸੀ ਕਿ ਕੋਈ ਗੱਲ ਕਲੀਅਰ ਨਹੀਂ ਹੁੰਦੀ, ਕੋਈ ਹੁਕਮਨਾਮੇ ਦਾ ਨਾਂ ਹੀ ਨਹੀਂ ਦੱਸਦਾ। ਕਿਹੜਾ ਬੰਦਾ ਮਿਲੇ ਕਿ ਜਿਹੜਾ ਕੋਈ ਚੰਗੀ ਤਰ੍ਹਾਂ ਗੱਲ ਸਮਝਾਵੇ ਕਿ ਪ੍ਰਮਾਤਮਾ ਦੀ ਬਾਣੀ ਕਹਿੰਦੀ ਕੀ ਆ। ਔਰ ਪਰ ਇੱਛਾ ਤਾਂ ਮੇਰੇ ਅੰਦਰ, ਬੰਦੇ ਦੇ ਅੰਦਰ ਪੈਦਾ ਹੁੰਦੀ ਆ। ਬੰਦਾ ਪਹਿਲਾਂ ਇਨੀਸ਼ੀਏਟਿਵ ਲੈਂਦਾ ਕਿ ਮੈਂ ਜਾਨਣਾ ਮੰਗਦਾ ਪ੍ਰਮਾਤਮਾ, ਔਰ ਫਿਰ ਪ੍ਰਮਾਤਮਾ ਜਿੱਦਾਂ ਜਿੱਦਾਂ ਤੂੰ ਇੱਛਾ ਕਰਦਾ ਪ੍ਰਮਾਤਮਾ ਤੇਰਾ ਹੈਲਪ ਕਰਦਾ, ਸਾਧਨ ਬਣਾਉਂਦਾ। ਇੱਕ ਜਿਹੜਾ ਹੈ ਨਾ, ਇੱਕ ਇਨਸਾਨ ਐਸਾ ਹੈਗਾ ਤੁਹਾਡਾ, ਹਾਂ ਇੱਕ ਇਨਸਾਨ ਐਸਾ ਹੈਗਾ ਕਿ ਜਿਹਦੇ ਕੋਲ ਚੋਇਸ ਹੈਗੀ। ਸਰੰਗਲ ਸਾਹਿਬ ਆ ਗੱਲ ਨੋਟ ਕਰਨਾ, ਇੱਕ ਇਨਸਾਨ ਦੇ ਕੋਲ ਮਾਲਕ ਨੇ ਚੋਇਸ ਰੱਖੀ ਹੋਈ ਹੈ, ਹੋਰ ਕਿਸੇ ਕੋਲ ਚੋਇਸ ਨਹੀਂ ਹੈਗੀ, ਹੋਰ ਕਿਸੇ ਕੋਲ ਚੋਇਸ ਨਹੀਂ ਹੈਗੀ ਆ। ਇੱਕ ਇਨਸਾਨ ਦੀ ਜੂਨ ਦੇ ਵਿੱਚ ਚੋਇਸ ਹੈਗੀ, ਬਈ ਤੂੰ ਜਿਹੜਾ ਹੈਗਾ ਤੇਰੇ ਵਾਸਤੇ ਦੋਨੋਂ ਆਪਸ਼ਨ ਖੁੱਲੇ ਆ। ਤੇਰੀ ਚੋਇਸ ਤੋਂ ਬਗੈਰ ਜਿਹੜਾ ਹੈਗਾ ਮਾਲਕ ਜਿਹੜਾ ਹੈਗਾ ਕੁਛ ਵੀ ਨਹੀਂ ਕਰਦਾ। ਜਦ ਤੱਕ ਇਨਸਾਨ ਦੀ ਆਪਣੀ ਚੋਇਸ ਨਹੀਂ ਹੋਏਗੀ ਤਦ ਤੱਕ ਜਿਹੜਾ ਹੈਗਾ ਉਹ ਪਰਮਾਤਮਾ ਵੱਲੋਂ ਜਿਹੜੀ ਹੈਗੀ ਆ ਕੋਈ ਪਰਮਾਤਮਾ ਇਨੀਸ਼ੀਏਟਿਵ ਨਹੀਂ ਲਏਗਾ। ਉਹ ਜੇ ਪਿਛਲੇ ਜਨਮ ਦੇ ਵਿੱਚ ਪਿਛਲੇ ਆਪਣੀ ਭਗਤੀ ਹੈਗੀ ਆ, ਪਿਛਲੀ ਕੀਤੀ, ਉਹਨੇ ਜ਼ਰੂਰ ਫੁੱਟ ਪੈਣਾ ਹੈ, ਕਿਉਂਕਿ ਉਹ ਪਿਛਲੀ ਗਿੱਲ ਹੈਗੀ ਆ, ਪਿਛਲੀ ਜਿਹੜੀ ਹੈਗੀ ਆ ਆਪਾਂ ਨੇ ਕਮਾਈ ਕੀਤੀ ਹੋਈ ਆ, ਉਹਨੇ ਐਡ ਹੋ ਜਾਣਾ ਇੱਥੇ। ਠੀਕ ਹੈ ਜੀ, ਜ਼ਿਆਦਾ ਡਿਸਟਰੈਕਟ ਹੋ ਕੇ ਲੱਗਦਾ। ਹਾਂਜੀ ਬਿਲਕੁਲ। ਨਹੀਂ ਗੱਲ ਜਿਹੜੀ ਹੈ ਮਤਲਬ ਗੱਲ ਨੂੰ ਫਾਲੋ ਕਰ ਲਓ ਬਈ। ਬਈ ਜੇ ਤਾਂ ਕਿਰਪਾ ਵਾਲੀ ਗੱਲ ਆ ਨਾ, ਜੇ ਤਾਂ ਆਪਾਂ ਕਹੀਏ ਵੀ ਕਿਰਪਾ ਜਿਹੜੀ ਹੈਗੀ, ਕਿਰਪਾ ਤੋਂ ਫਿਰ ਉਡੀਕਦੇ ਰਹੋ, ਫਿਰ ਕਦੋਂ ਕਿਰਪਾ ਹੋਊਗੀ, ਤੇ ਫਿਰ ਬੈਠੇ ਰਹੋ ਹੱਥ ਤੇ ਹੱਥ ਕਰਕੇ, ਫਿਰ ਕੀ ਲੋੜ ਹੈ ਕੁਛ ਕਰਨ ਦੀ ਆਪਾਂ ਨੂੰ? ਫਿਰ ਤਾਂ ਕਿਰਪਾ ਵਾਸਤੇ ਬੈਠੀਏ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਆਹੀ ਚੀਜ਼ ਹੈਗੀ, ਇਹੀ ਚੁਆਇਸ ਹੈਗੀ ਆ, ਬਸ ਇਹੀ ਗੱਲ ਹੋ ਰਹੀ ਸੀ। ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਹੁਣ ਦੇਖ ਲਓ, ਹੁਣ ਫਿਰ ਮਹਾਰਾਜ ਇੱਥੇ ਤਾਂ ਕਹਿ ਰਹੇ ਭਗਤ ਤੋਂ ਸਖਣਾ ਜਿਹੜਾ ਇਨਸਾਨ ਹੈ, ਜਿਹਨੂੰ ਭਗਤ ਦੀ ਇੱਛਾ ਨਹੀਂ ਹੈ, ਜਿਹਦੇ ਅੰਦਰ, ਕਿਉਂ ਆਇਆ ਸੰਸਾਰ ਦੇ ਵਿੱਚ? ਮਨੁੱਖੀ ਜੂਨ ਕਿਉਂ ਲਈ ਉਹਨੇ? ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾ। ਕਹਿੰਦੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਔਰ ਬਿਰਥਾ ਜਨਮ ਜਿਹੜਾ ਹੈਗਾ ਕੀ ਕੀਤਾ ਜਾ, ਮਨੁੱਖੀ ਜੂਨ ਲੈ ਕੇ ਕੀ ਕੀਤਾ ਹੈ? ਆਪਣਾ ਜਨਮ ਜਿਹੜਾ ਹੈਗਾ ਮਾਇਆ ਦੇ ਵਿੱਚ ਫਾਲਤੂ ਗਵਾ ਲਿਆ, ਜਿਹਦੀ ਕਿ ਆਪਾਂ ਨੂੰ ਕੋਈ ਵੀ ਰਿਮੂਨਰੇਸ਼ਨ ਨਹੀਂ ਹੋਣੀ, ਉਹਦਾ ਵੈਜ ਨਹੀਂ ਮਿਲਣੀ ਆਪਾਂ ਨੂੰ, ਉਹਦਾ ਕੋਈ ਜਿਹੜਾ ਹੈਗਾ ਤਨਖਾਹ ਨਹੀਂ ਮਿਲਣੀ, ਕੋਈ ਫਲ ਹੀ ਨਹੀਂ ਮਿਲਣਾ। ਜੋ ਵੀ ਆਪਾਂ ਨੇ ਮਾਇਆ ਦੀ ਸੇਵਾ ਕੀਤੀ ਹੈ, ਆਪਣਾ ਜਨਮ ਜਿਹੜਾ ਹੈਗਾ ਫਾਲਤੂ ਜਿਹੜਾ ਜੂਏ ਦੇ ਵਿੱਚ ਹਾਰ ਦਿੱਤਾ। ਬਾਣੀ ਜਿਹੜੀ ਹੈਗੀ ਉਤਸ਼ਾਹ ਪੈਦਾ ਕਰ ਰਹੀ ਹੈ, ਜਿਹਦੇ ਅੰਦਰ ਜਿਹੜਾ ਹੈਗਾ ਇਹ ਬਾਣੀ ਜਿਹੜਾ ਸਮਰਪਣ ਕਰ ਲੂਗਾ, ਬਾਣੀ ਦੀ ਗੱਲ ਸਮਝ ਆਏਗਾ, ਉਹਦੇ ਅੰਦਰ ਜਿਹੜੀ ਹੈਗੀ ਉਹਦੇ ਤੇ ਮਾਲਕ ਦੀ ਕਿਰਪਾ ਹੋ ਜਾਏਗੀ। ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਓ। ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਜਗ ਜੀਵਨ ਸੁੱਖਾਂ ਦਾ ਦਾਤਾ ਉਹ ਮਾਲਕ ਪਰਮਾਤਮਾ, ਜਗ ਦਾ ਜੀਵਨ ਉਹ ਹੈਗਾ, ਉਹ ਮਾਲਕ ਪਰਮਾਤਮਾ ਹੈਗਾ। ਆਪੇ ਬਖਸ਼ ਮਿਲਾਏ, ਬਖਸ਼ਿਸ਼ ਕਰਨੀ ਹੈ ਉਹਨੇ, ਮਾਲਕ ਨੇ ਬਖਸ਼ ਕੇ ਮਿਲਾ ਲੈਣਾ ਹੈ। ਪਰ ਹੁਣ ਬਖਸ਼ਿਸ਼ ਦਾ ਕ੍ਰਾਈਟੇਰੀਆ ਕੀ ਹੈਗਾ? ਕਿਹਦੇ ਤੇ ਬਖਸ਼ਿਸ਼ ਕਰਨੀ ਹੈ, ਕਿਹਦੇ ਤੇ ਨਹੀਂ ਕਰਨੀ ਹੈ? ਆਪੇ ਜਗ ਜੀਵਨ ਸੁਖ ਦਾਤਾ, ਆਪਾਂ ਪਾਤਰ ਬਣਾਂਗੇ ਤਾਂ ਬਖਸ਼ਿਸ਼ ਹੋਏਗੀ ਭਾਈ, ਇਹ ਪਾਤਰ ਹੀ ਬਣਨਾ ਹੈ। ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ में सिर नीवा कर देख। ਫਿਰ ਲੇਖ ਤਾਂ ਆਪਾਂ ਲਿਖ ਰਹੇ ਹਾਂ,
ਚੋਇਸ ਆ ਆਪਣੇ ਕੋਲ, ਕਾਲੇ ਲਿਖ ਲਈਏ ਭਾਵੇਂ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਚੰਗੇ ਲਿਖ ਲਈਏ। ਆਪੇ ਫਿਰ ਮਹਾਰਾਜ ਕਿਉਂ ਕਹਿੰਦੇ ਕਿ ਜਿਹੜੇ ਹੈਗੇ ਆ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਲੇਖਾ ਕਾਹਦੇ ਲਈ ਮੰਗਣਾ ਹੈ? ਜੇ ਰੱਬ ਨੇ ਜੇ ਮਾਲਕ ਪਰਮਾਤਮਾ ਨੇ ਆਪ ਹੀ ਜਿਹੜਾ ਹੈਗਾ ਬਖਸ਼ਿਸ਼ ਕਰ ਦੇਣੀ ਆ, ਆਪ ਹੀ ਮਾਲਕ ਨੇ ਕਰਨੀ ਆ, ਤੇ ਫਿਰ ਸਾਡੇ ਕੋਲੋਂ ਲੇਖਾ ਕਾਹਦੇ ਲਈ ਮਹਾਰਾਜ ਮੰਗਦੇ ਆ? ਇਹ ਤਾਂ ਫੇਰ ਨਹੀਂ ਹੋਈ ਨਾ ਗੱਲ। ਆਪ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੀ ਹੈਗੀ ਹੈ, ਇਹ ਨੈਗੇਟਿਵਿਟੀ ਜਿਹੜੀ ਸਾਰੀ ਮਾਲਕ ਨੇ ਪਾਈ ਹੋਈ ਆ, ਔਰ ਉਹਦੇ ਲਈ ਫਿਰ ਸਾਨੂੰ ਜਿਹੜਾ ਆਪ ਪਾ ਕੇ ਔਰ ਸਾਨੂੰ ਜਿਹੜਾ ਹੈਗਾ ਦੰਡ ਦੇ ਰਿਹਾ ਹੈ ਮਾਲਕ ਪਰਮਾਤਮਾ। ਇਹ ਕਿਹਦੇ ਪਾਸਿਓਂ ਫੇਰ ਹੋ ਗਿਆ ਭਾਈ? ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ, ਜੀ ਜਨ ਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਕਹਿੰਦੇ ਬਖਸ਼ਿਸ਼ ਕਰਨੀ ਹੈ ਮਾਲਕ ਪਰਮਾਤਮਾ ਨੇ, ਔਰ ਜੀ ਜਨ ਤੇ ਸਾਰੇ ਦੇ ਸਾਰੇ ਉਸ ਮਾਲਕ ਪਰਮਾਤਮਾ ਦੇ ਪੈਦਾ ਕੀਤੇ ਹੋਏ ਆ, ਉਹਦੇ ਵਾਸਤੇ ਸਾਰੇ ਇੱਕ ਬਰੋਬਰ ਹੈਗੇ ਆ। ਇਹ ਕੀ ਜਿਹੜੇ ਹੈਗੇ ਕੀ ਆਖ ਕੇ ਕੀ ਜਿਹੜੇ ਹੈਗੇ ਉਹ ਆਪਣੇ ਗਿਆਨ ਦੇ ਦੁਆਰਾ, ਜਿਹੜੀ ਆਪਣੀ ਮਤ ਦੇ ਦੁਆਰਾ ਕੀ ਆਖ ਸਕਦੇ ਆ, ਕੀ ਆਖ ਕੇ ਸੁਣਾ ਸਕਦੇ ਆ? ਗੁਰਮੁਖੇ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਕਹਿੰਦੇ ਗੁਰੂ ਦੇ ਰਾਹੀਂ ਮਾਲਕ ਪਰਮਾਤਮਾ ਆਪ ਵਡਿਆਈ ਦਿੰਦਾ ਹੈ ਭਾਈ। ਇਹ ਭਗਤੀ, ਇਹ ਸੇਵਾ ਉਹ ਮਾਲਕ ਪਰਮਾਤਮਾ ਦਿੰਦਾ ਹੈ ਔਰ ਆਪ ਕਰਾਉਂਦਾ ਹੈਗਾ। ਔਰ ਕਿਹਦੇ ਕੋਲੋਂ ਕਰਾਉਂਦਾ ਹੈ? ਜਿਹੜਾ ਕਰਨਾ ਚਾਹੁੰਦਾ ਹੈ, ਜਿਹੜਾ ਡਿਮਾਂਡ ਕਰਦਾ ਹੈ, ਜਿਹੜਾ ਕਹਿੰਦਾ ਹੈ ਬਾਪੂ ਮੈਨੂੰ ਚੱਕ ਲਾ। ਜਿਹੜਾ ਬੱਚਾ ਖੇਡ ਦੇ ਵਿੱਚ ਮਸਤ ਆ ਤੇ ਉਹਨੂੰ ਕਾਹਦੇ ਵਾਸਤੇ ਜਿਹੜਾ ਹੈ, ਮਾਂ ਵੀ ਉਹਨੂੰ ਦੁੱਧ ਨਹੀਂ ਪਿਲਾਉਂਦੀ, ਮਾਂ ਵੀ ਆਪਣੇ ਕੰਮ ਕਰੀ ਜਾਂਦੀ। ਤੀਸਰਾ ਬੰਦ ਆ ਗਿਆ, ਦੇਖ ਕੁਟੰਬ ਮੋਹਿ ਲੋਭਾਣਾ, ਚਲਦਿਆਂ ਨਾਲ ਨਾ ਜਾਈ। ਔਰ ਜਿਹੜਾ ਬੱਚਾ ਇਸ ਤਰ੍ਹਾਂ ਦੇਖ ਲਓ, ਹੁਣ ਜਿਹੜਾ ਕੁਟੰਬ ਦੇ ਵਿੱਚ, ਮੋਹ ਦੇ ਵਿੱਚ, ਲੋਭ ਪੂਰੀ ਤਰ੍ਹਾਂ ਜਿਹੜਾ ਹੈਗਾ ਲਾਲਚ ਦੇ ਵਿੱਚ ਫਸਿਆ ਪਿਆ ਆ, ਔਰ ਇਹਨੇ ਚੱਲਦੇ ਹੋਏ ਨਾਲ ਨਹੀਂ ਜਾਣਾ। ਆਖਰੀ ਦੇ ਵਿੱਚ ਇਸ ਤਰ੍ਹਾਂ ਹੀ ਚੱਕ ਲੈਣਾ ਮਾਲਕ ਪਰਮਾਤਮਾ ਨੇ, ਉਹਨੇ ਧਰਮਰਾਜ ਨੇ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਕਹਿੰਦੇ ਜਿਨ੍ਹਾਂ ਨੇ ਉਸ ਬ੍ਰਹਮ ਗਿਆਨ ਨੂੰ ਲੈ ਲਿਆ, ਗੁਰਮੁਖ ਜਿਨ੍ਹਾਂ ਨੇ ਉਹ ਸੇਵਾ ਕਰ ਲਈ, ਗੁਰਮੁਖੇ ਕਿਰਪਾ ਕਰੇ ਭਗਤ ਕੀਜੈ, ਜਿਨ੍ਹਾਂ ਨੇ ਭਗਤੀ ਕਰ ਲਈ, ਸਤਿਗੁਰੂ ਜੋ ਸੇਵਾ ਕਰ ਰਹੇ, ਭਗਤੀ ਜਿਨ੍ਹਾਂ ਨੇ ਕਰ ਲਈ, ਤੇ ਉਹਨਾਂ ਨੇ ਕੀ ਕਰ ਲਿਆ? ਉਹਨਾਂ ਨੇ ਗੁਣਾਂ ਦਾ ਨਿਧਾਨ ਪਾ ਲਿਆ, ਗੁਣਾਂ ਦਾ ਖਜ਼ਾਨਾ ਪਾ ਲਿਆ। ਤਿਸ ਦੀ ਕੀਮ ਨਾ ਪਾਈ, ਉਸ ਦੀ ਕੀਮਤ ਨਹੀਂ ਕਹੀ ਜਾ ਸਕਦੀ ਭਾਈ। ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਹਰ ਪ੍ਰਭ ਸਖਾ, ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਉਹ ਮਾਲਕ ਪਰਮਾਤਮਾ ਸਖਾ ਹੈਗਾ, ਸਾਥੀ ਹੈਗਾ, ਅਸਲੀ ਮਿੱਤਰ ਹੈਗਾ ਮਾਲਕ ਪਰਮਾਤਮਾ। ਔਰ ਆਖਰੀ ਤੱਕ, ਔਰ ਸ਼ਰੀਰ ਦੇ ਬਾਅਦ ਵੀ ਉਹ ਮਾਲਕ ਪਰਮਾਤਮਾ ਨੇ ਸਹਾਇਤਾ ਕਰਨੀ ਹੈ, ਸਾਥੀ ਬਣਨਾ ਹੈ, ਆਪਣੀ ਮਿੱਤਰਤਾ ਨਿਭਾਉਣੀ ਹੈ। ਚੌਥਾ ਬੰਦ, ਆਪਣੇ ਮਨ ਚਿਤ ਕਹੈ ਕਹਾਏ, ਬਿਨ ਗੁਰ ਆਪ ਨਾ ਜਾਏ। ਹੁਣ ਜਿਹੜਾ ਭਾਂਡਾ ਪੂਰਾ ਭਰਿਆ ਹੋਇਆ ਹੈ, ਆਪਣੇ ਆਪ ਨੂੰ ਕਹਿੰਦਾ ਹੈ ਬਸ ਮਨ ਤੇ ਚਿੱਤ ਦੇ ਵਿੱਚ ਆਪਣੇ ਆਪ ਨੂੰ ਵੀ ਮੈਨੂੰ ਬਹੁਤ ਗਿਆਨ ਆ, ਮੈਂ ਬਹੁਤ ਜਾਣਦਾ ਹਾਂ। ਆਪਣੇ ਆਪ ਨੂੰ ਜਿਹੜੇ ਆਪਣੇ ਹੰਕਾਰ ਨੂੰ ਮੈਂ ਮੇਰੀ ਕਰਦਾ ਹੈ। ਆਪਣੇ ਮਨ ਚਿਤ ਕਹਾਏ, ਕਹਿੰਦਾ ਵੀ ਹੈ ਤੇ ਕਹਾਉਂਦਾ ਵੀ ਹੈ। ਬਿਨ ਗੁਰ ਆਪ ਨਾ ਜਾਈ, ਗੁਰੂ ਤੋਂ ਬਗੈਰ, ਗਿਆਨ ਤੋਂ ਬਗੈਰ ਕਹਿੰਦੇ ਇਹ ਆਪ ਜਾਣਾ ਨਹੀਂ ਆ, ਸਮਰਪਿਤ ਹੀ ਨਹੀਂ ਕਰ ਸਕਣਾ ਉਸਨੇ। ਆਪਣੇ ਮਨ ਚਿਤ ਕਹਾਏ, ਬਿਨ ਗੁਰ ਆਪ ਨਾ ਜਾਈ। ਹਰ ਜਿਉ ਦਾਤਾ ਭਗਤ ਵਛਲ ਹੈ, ਕਰ ਕਿਰਪਾ ਮਨ ਵਸਾਈ। ਉਹ ਮਾਲਕ ਪਰਮਾਤਮਾ ਉਹ ਦਾਤਾਂ ਦੇਣ ਵਾਲਾ ਹੈਗਾ, ਔਰ ਭਗਤੀ ਦੇ ਵਸ ਹੈਗਾ, ਭਗਤੀ ਤੋਂ ਖੁਸ਼ ਹੋਣ ਵਾਲਾ ਹੈ। ਭਗਤ ਵਛਲ ਹੈਗਾ, ਭਗਤੀ ਤੇ ਖੁਸ਼ ਹੋ ਜਾਂਦਾ ਹੈ ਉਹ।
ਕਰ ਕਿਰਪਾ ਮਨ ਵਸਾਈ, ਕਿਰਪਾ ਕਰਕੇ ਮਨ ਦੇ ਵਿੱਚ ਵਸ ਜਾਂਦਾ ਹੈ। ਕਰ ਕਿਰਪਾ ਮਨ ਵਸਾਈ, ਉਸ ਅਭਿਆਸੀ ਦੇ ਮਨ ਦੇ ਵਿੱਚ ਵਸਾ ਦਿੰਦਾ ਹੈ ਆਪਣੇ ਆਪ ਨੂੰ, ਪ੍ਰਗਟ ਹੋ ਜਾਂਦਾ ਹੈ ਮਾਲਕ ਪਰਮਾਤਮਾ। ਵੀਰ ਜੀ ਹਾਂਜੀ ਹਾਂਜੀ, ਉਹ ਮੈਨੂੰ ਲੱਗਦਾ ਤੁੱਕਾਂ ਜਿਹੜੇ ਹੈਗੇ ਬੱਚਾ ਥੋੜੇ ਛੁੱਟ ਨਹੀਂ ਗਈਆਂ। ਨਹੀਂ ਆਪਾਂ ਕਰ ਰਹੇ ਸੀਗੇ ਕਿ ਭੈਣ ਜੀ, ਪ੍ਰਭ ਸਖਾ, ਇੱਕ ਹਾਂਜੀ, ਸੈਕਿੰਡ ਉਹ ਭੈਣ ਜੀ, ਮੇਰਾ, ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਤੁਕਾਰੀ ਸੀਗੀ ਉਹ ਪਈ ਜਿਹੜੇ ਹਾਂਜੀ, ਹਾਂਜੀ। ਭੈਣ ਜੀ 1 ਸੈਕਿੰਡ ਵੇਟ ਕਰਨਾ ਜੀ, 1 ਸੈਕਿੰਡ ਮੇਰੀ ਗੱਲ ਬੇਨਤੀ ਸੁਣਨਾ। ਹਾਂਜੀ ਇਹ ਸ਼ਬਦ ਜਿਹੜਾ ਹੈ ਨਾ, ਤੁਸੀਂ ਨਹੀਂ ਆਏ ਸੀ, ਸ਼ਾਇਦ ਤੁਸੀਂ ਲੇਟ ਆਏ ਹੋ ਜੀ। ਇਹ ਸ਼ਬਦ ਜਿਹੜਾ ਹੈਗਾ ਓਕੇ 2 ਜਗ੍ਹਾ ਤੇ ਹੈਗਾ। ਇਹ ਸ਼ਬਦ ਇਹੀ ਗੱਲ ਅਸੀਂ ਪਹਿਲਾਂ ਕਹੀ ਸੀ, ਇਹ ਇੰਨਾ ਇੰਪੋਰਟੈਂਟ ਸ਼ਬਦ ਹੈਗਾ। ਇੱਕ 32 ਅੰਗ ਦੇ ਉੱਤੇ ਵੀ ਸ਼ਬਦ ਹੈਗਾ, ਉਹ ਚੌਪਦੇ ਦੇ ਵਿੱਚ ਹੈਗਾ, ਔਰ ਇਸ ਤੋਂ ਬਾਅਦ ਇੱਕ 64 ਅੰਗ ਦੇ ਉੱਤੇ ਸ਼ਬਦ ਹੈਗਾ, ਉਹ ਅਸ਼ਟਪਦੀ ਦੇ ਵਿੱਚ ਹੈਗਾ। ਤੇ ਅਸੀਂ 32 ਅੰਗ ਵਾਲਾ ਲੈ ਰਹੇ ਹਾਂ। ਪਲੀਜ਼ 32 ਅੰਗ ਵਾਲਾ ਖੋਲ ਲਓ। ਉਸ ਤੋਂ ਬਾਅਦ ਅਸੀਂ ਠੀਕ ਹੈ ਜੀ, ਉਸ ਤੋਂ ਠੀਕ ਹੈ, ਬਾਅਦ ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਹਾਂਜੀ ਹਾਂਜੀ, ਉਸ ਤੋਂ ਬਾਅਦ ਅਸੀਂ ਉੱਥੇ ਜਾਵਾਂਗੇ ਜੀ। ਪਲੀਜ਼, ਆਹੀ ਤਾਂ ਰਹੱਸ ਸੀਗਾ ਜਿਹੜਾ ਥੋੜਾ ਜਿਹਾ ਤੁਸੀਂ ਲੇਟ ਹੋ ਗਏ ਸ਼ਾਇਦ। ਆਪਣੇ ਮਨ ਚਿੱਤ ਕਹੈ ਕਹਾਏ, ਆਪਣੇ ਮਨ ਚਿੱਤ ਕਹੈ ਕਹਾਏ, ਬਿਨ ਗੁਰ ਆਪ ਨਾ ਜਾਈ। ਕਹਿੰਦੇ ਆਪਣੇ ਮਨ ਦੇ ਵਿੱਚ, ਆਪਣੇ ਚਿੱਤ ਦੇ ਵਿੱਚ, ਆਪਣੇ ਆਪ ਨੂੰ ਪਤਾ ਹੀ ਨਹੀਂ ਹੁੰਦਾ। ਆਪਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਆਪਾਂ ਜਿਹੜੇ ਹੈਗੇ ਆ ਆਪਣੀ ਹਉਮੈ ਦੇ ਵਿੱਚ ਭਰੇ ਪਏ ਆ। ਆਪਣੇ ਆਪ ਨੂੰ ਆਪਾਂ ਸਮਝਦੇ ਆ ਮੇਰੇ ਵਰਗਾ ਤਾਂ ਕੋਈ ਹੈ ਨਹੀਂ, ਮੇਰੇ ਜਿੰਨਾ ਤਾਂ ਗਿਆਨ ਹੀ ਨਹੀਂ ਕਿਸੇ ਨੂੰ। ਕਹਿੰਦੇ ਬਗੈਰ ਗੁਰੂ ਤੋਂ ਇਹ ਆਪ ਜਿਹੜਾ ਹੈਗਾ, ਇਹ ਆਪਣੀ ਹਉਮੈ ਜਿਹੜੀ ਹੈਗੀ ਇਹਨੇ ਨਹੀਂ ਜਾਣਾ ਪਾਈ। ਹਰ ਜਿਉ ਦਾਤਾ ਭਗਤ ਵਛਲ ਹੈ, ਕਰ ਕਿਰਪਾ ਮਨ ਵਸਾਈ। ਔਰ ਪਰਮਾਤਮਾ ਜਿਹੜਾ ਹੈਗਾ ਸਾਰੀਆਂ ਦਾਤਾਂ ਦੇਣ ਵਾਲਾ ਆ, ਉਹ ਭਗਤੀ ਤੇ ਖੁਸ਼ ਹੁੰਦਾ ਆ ਔਰ ਕਿਰਪਾ ਕਰ ਦਿੰਦਾ ਹੈ। ਕਰ ਕਿਰਪਾ ਮਨ ਦੇ ਵਿੱਚ ਵਸ ਜਾਂਦਾ ਹੈ ਆ ਕੇ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖੇ ਦੇ ਵਡਿਆਈ। ਉਹ ਮਾਲਕ ਪਰਮਾਤਮਾ ਨੇ ਸੁਰਤ, ਸ਼ਬਦ ਸੁਰਤ ਦੀ ਖੇਡ ਮਾਲਕ ਨੇ ਵਰਤਾਉਣੀ ਆ, ਔਰ ਜਿਹਦੇ ਉੱਤੇ ਵਰਤਾ ਦੇਣੀ ਆ ਉਹਨੂੰ ਵਡਿਆਈ ਮਿਲ ਜਾਣੀ ਆ। ਔਰ ਦੇਣੀ ਗੁਰੂ ਦੇ ਰਾਹੀਂ ਹੈਗੀ, ਦੇਣੀ ਬ੍ਰਹਮ ਗਿਆਨ ਦੇ ਦੁਆਰਾ ਹੈਗੀ ਆ। ਲੋਕ ਪਰਲੋਕ ਦੇ ਵਿੱਚ ਸੋਭਾ ਹੋ ਜਾਣੀ ਹੈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਮਾਲਕ ਨੇ ਦੇਣੀ ਹੈਗੀ ਆ। ਦੇਣ ਵਾਲਾ ਦਾਤ ਮਾਲਕ ਦੇ ਕੋਲ ਹੈਗੀ ਆ, ਪਰ ਦਾਤ ਜਿਹੜੀ ਹੈਗੀ ਕਿਹਨੂੰ ਦੇਣੀ ਆ? ਦਾਤ ਕੋਈ ਭਾਂਡਾ ਖੁੱਲਾ ਆ ਤਾਂ ਦਏ ਮਾਲਕ ਪਰਮਾਤਮਾ। ਉਹ ਕਹਿੰਦਾ ਭਾਂਡੇ ਹੀ ਬੰਦ ਆ, ਮੁੱਦੇ ਪਏ ਹੋਏ ਆ, ਬੰਦ ਪਏ ਹੋਏ ਆ ਭਾਂਡੇ, ਔਰ ਖੋਲ ਵੀ ਦਿੰਦੇ ਤੇ ਉਹਦੇ ਵਿੱਚ ਜਗ੍ਹਾ ਨਹੀਂ ਹੁੰਦੀ, ਪੂਰੇ ਭਰੇ ਪਏ ਹੋਏ, ਮੈਂ ਕਿੱਥੇ ਪਾਵਾਂ ਦਾਤ? ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖੇ ਦੇ ਵਡਿਆਈ। ਗੁਰੂ ਦੇ ਰਾਹੀਂ ਵਡਿਆਈ ਦੇਣੀ ਹੈ ਮਾਲਕ ਪਰਮਾਤਮਾ ਨੇ। ਅੱਜ ਹੀ ਚੌਪਦੇ ਦੇ ਵਿੱਚ ਇਹ 15ਵਾਂ ਸੀਗਾ ਜਿਹੜਾ ਹੈਗਾ ਲੜੀ ਦਾ 48ਵਾਂ ਸੀਰੀਅਲ ਵਾਈਜ਼ ਸ਼ਬਦ ਸੀਗਾ, ਚਾਰ ਪਦੇ ਵਾਲਾ। ਇਹ 32 ਅੰਗ ਦੇ ਵਿੱਚ ਹੁਣ ਅਸੀਂ ਸ਼ਿਫਟ ਹੋ ਰਹੇ ਹਾਂ ਵਾਪਸ 64 ਅੰਗ ਦੇ ਉੱਤੇ। ਇਹਨੂੰ ਆਪਾਂ ਫਿਰ ਇੱਕ ਵਾਰੀ ਪੜ੍ਹ ਲੈਂਦੇ ਆ, ਅਰਥ ਆਪਾਂ ਨੇ ਕਰ ਲਿਆ। ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖੇ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਉੱਥੇ ਹੋਈ ਲਿਖਿਆ, ਇੱਥੇ ਹੋਏ ਕਰਤਾ। ਇੱਥੇ ਸਿਆਰੀ ਆ, ਉੱਥੇ ਬਿਹਾਰੀ ਹੈਗੀ। ਆਪੇ ਆਪ ਮਿਲਾਏ, ਬੁਝੈ ਤਾਂ ਨਿਰਮਲ ਹੋਵੇ ਕੋਏ। ਨਿਰਮਲ ਕੋਈ ਨਹੀਂ ਹੋਣਾ ਹੈ ਭਾਈ। ਨਿਰਮਲ ਕੋਈ ਵੀ ਜਿਹੜਾ ਵੀ ਆਪਣੇ ਆਪ ਨੂੰ ਮਿਲਾ ਦਿੰਦਾ ਆ, ਜਿਹੜਾ ਆਪਣੇ ਆਪਣੀ ਕੋਈ ਹੈ ਜੀ। ਤੁਸੀਂ ਹਾਂ, ਅਸੀਂ ਦੂਸਰੇ ਤੇ ਆ ਗਏ, ਅਸ਼ਟਪਦੀਆਂ ਤੇ ਆ ਗਏ, 64 ਅੰਗ ਦੇ ਉੱਤੇ ਆ ਗਏ। ਹਾਂਜੀ ਹਾਂਜੀ। ਆਪੇ ਆਪ ਮਿਲਾਏ ਬੂਝੇ, ਤਾਂ ਨਿਰਮਲ ਹੋਵੇ ਕੋਏ। ਕੋਈ ਟਾਵਾਂ ਤਾਂ ਲਿਖਿਆ ਹੋਇਆ, ਸਿਰਫ ਤਾਂ ਹੀ ਹੋ ਸਕਦਾ ਹੈ ਨਿਰਮਲ, ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ, ਜਿਹੜਾ ਆਪਣਾ ਮਨ ਜਿਹੜਾ ਹੈਗਾ ਇਸ ਗਿਆਨ ਦੇ ਅੱਗੇ, ਜਿਸ ਆਪਣੇ ਮਨ ਨੂੰ ਖੋਲ ਕੇ ਰੱਖਦਾ ਹੈ, ਆਪਣੇ ਆਪੇ ਨੂੰ ਮਿਲਾ ਦੇ ਇਸ ਗਿਆਨ ਦੇ ਨਾਲ। ਆਪੇ ਆਪ ਮਿਲਾਏ ਬੁਝੈ, ਜਿਹੜਾ ਬੁੱਝ ਲੈ ਇਸ ਗਿਆਨ ਨੂੰ, ਜਿਹਦੀ ਚੁਆਇਸ ਹੈਗੀ ਜਿਹਦੇ ਅੰਦਰ ਬੁੱਝਣ ਦੀ,
ਤਾਂ ਨਿਰਮਲ ਹੋਵੇ ਕੋਈ, ਤਾਂ ਕੋਈ ਨਿਰਮਲ ਹੋ ਸਕਦਾ ਆ। ਹਰ ਜਿਉ ਸਾਚਾ, ਹਰ ਜਿਉ ਸੱਚਾ, ਸੱਚੀ ਬਾਣੀ ਸ਼ਬਦੇ ਮਿਲਾਵਾ ਹੋਏ। ਪਰਮਾਤਮਾ ਸੱਚਾ ਹੈਗਾ, ਬਾਣੀ ਵੀ ਸੱਚੀ ਹੈਗੀ ਆ, ਗੁਰੂ ਦੀ ਮੱਤ ਵੀ ਸੱਚੀ ਹੈਗੀ ਆ। ਸ਼ਬਦ ਦੇ ਦੁਆਰਾ ਮਿਲਾਵਾ ਹੋਣਾ ਆ, ਔਰ ਉਹ ਸ਼ਬਦ ਜਿਹੜਾ ਹੈਗਾ ਅੱਖਰਾਂ ਦੇ ਵਿੱਚ ਨਹੀਂ ਹੈਗਾ, ਉਹ ਸ਼ਬਦ ਪ੍ਰਗਟ ਹੋਏਗਾ। ਉਹ ਸ਼ਬਦ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਧਿਆਨ ਸਿਮਰਨ ਕਰਨਾ ਪਊਗਾ, ਮਨ ਨੂੰ ਕੇਂਦਰਿਤ ਕਰਨਾ ਪਊਗਾ, ਇਹ ਮਾਇਆ ਦਾ ਸ਼ੋਰ ਜਿਹੜਾ ਹੈਗਾ ਘਟਾਉਣਾ ਪਊਗਾ। ਪਾਈ ਰੇ ਭਗਤੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਓ। आपे हर जग जीवन दाता, आपे बख्श मिलाए, जी जन ते क्या विचारे, क्या को आख सुनाए। गुरमुख आपे दे वड्याई, आपे सेव कराए। देख कुटुंब मोह लोभाना, चलदियां नाल न जाई। सतगुर सेव गुण निधान पाया, तिसकी कीम न पाई। प्रभ सखा हर जियो, प्रभ सखा हर जियो मेरा, अंते होए सखाई। ਹੁਣ ਇੱਥੋਂ ਜਿਹੜਾ ਹੈਗਾ ਆ ਬੰਦ ਐਕਸਟਰਾ ਮਹਾਰਾਜ ਨੇ ਪਾਇਆ। ਪਈ ਅੜੇ ਜਗ ਜੀਵਨ ਦਾਤਾ, ਮਨ ਮੁਖੇ ਪਤ ਗਵਾਈ। ਆ ਦੇਖ ਲਓ ਜੀ ਚੁਆਇਸ, ਕਹਿੰਦੇ ਪੇਕੇ ਘਰ ਦੇ, ਆਪਾਂ ਪੇਕੇ ਘਰ 'ਚ ਆ, ਸੰਸਾਰ ਦੇ ਵਿੱਚ ਹੈਗੇ ਆ, ਆਪਣਾ ਪੇਕਾ ਘਰ ਆ। ਇੱਥੇ ਗੁਰੂ ਜਿਹੜਾ ਹੈਗਾ ਬ੍ਰਹਮ ਗਿਆਨ ਜਿਹੜਾ ਹੈਗਾ ਗੁਰੂ ਆਪਣਾ ਪਿਓ ਹੈਗਾ, ਪਰ ਚੁਆਇਸ ਹੈਗੀ ਵੀ ਆਪਾਂ ਪਿਓ ਦੀ ਗੱਲ ਮੰਨੀਏ ਜਾਂ ਆਪਣੇ ਮਨ ਦੀ ਮੰਨੀਏ, ਮਨ ਰਾਜਾ ਸੁਲਤਾਨ ਦੀ ਗੱਲ ਮੰਨੀਏ। ਇੱਕ ਮਨਮੁਖ ਸਿਸਟਮ ਹੈ, ਮਨ ਦੇ ਪਿੱਛੇ ਚੱਲਣ ਦਾ ਇੱਕ ਰਸਤਾ ਹੈਗਾ, ਇੱਕ ਜਿਹੜਾ ਹੈਗਾ ਗੁਰੂ ਦੇ ਬ੍ਰਹਮ ਗਿਆਨ ਦੇ ਪਿੱਛੇ, ਬ੍ਰਹਮ ਗਿਆਨ ਦੇ ਦੁਆਰਾ ਰਸਤਾ ਚੱਲਣ ਦਾ ਰਸਤਾ ਹੈਗਾ। ਹੁਣ ਪੇਕੇ ਘਰ ਦੇ ਵਿੱਚ ਉਹ ਜਗਜੀਵਨ ਦਾਤਾ ਮਾਲਕ, ਇੱਥੇ ਵੀ ਦਾਤਾਂ ਦੇਣ ਵਾਲਾ ਉਹੀ ਹੈਗਾ, ਜਗ ਦਾ ਜੀਵਨ ਉਹੀ ਹੈਗਾ। ਪੇਕੇ ਘਰ ਦੇ ਵਿੱਚ ਵੀ ਉਹੀ ਮਾਲਕ ਪਰਮਾਤਮਾ, ਉਹਨੇ ਦਾਤਾਂ ਦੇਣੀਆਂ। ਪਰ ਮਨਮੁਖੇ ਪੱਤ ਗਵਾਈ, ਮਨਮੁਖ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ, ਮਨ ਰਾਜੇ ਨੂੰ ਬਿਠਾ ਲਿਆ ਜਿਨ੍ਹਾਂ ਨੇ ਆਪਣੀ ਇਸ ਗੱਡੀ ਦੇ ਉੱਤੇ ਮਨੁੱਖਾ ਜੂਨ ਤੇ, ਕਹਿੰਦੇ ਉਹਨਾਂ ਨੇ ਆਪਣੀ ਪੱਤ ਗਵਾ ਲਈ। ਬਿਨ ਸਤਗੁਰ ਕੋ ਮਗ ਨਾ ਜਾਣੇ, ਅੰਧੇ ਠੌਰ ਨਾ ਕਾਈ। ਕਹਿੰਦੇ ਬਗੈਰ ਸਤਿਗੁਰੂ ਤੋਂ, ਬਗੈਰ ਬ੍ਰਹਮ ਗਿਆਨ ਤੋਂ ਕੋ ਮਗ ਨਾ ਜਾਣੇ, ਕੋਈ ਵੀ ਰਸਤਾ ਨਹੀਂ ਜਾਣ ਸਕਦਾ। ਬ੍ਰਹਮ ਗਿਆਨ ਚਾਹੀਦਾ ਆ। ਅੰਧੇ ਠੌਰ ਨਾ ਕਾਈ, ਅੰਨੇ ਨੂੰ ਕੋਈ ਠੌਰ ਟਿਕਾਣਾ ਨਹੀਂ ਆ। ਔਰ ਸਤਿਗੁਰੂ ਜਿਹੜੇ ਹੈਗੇ ਇਹ ਹਰ ਯੁੱਗ ਦੇ ਵਿੱਚ ਜਦ ਦੀ ਸ੍ਰਿਸ਼ਟੀ ਬਣਾਈ ਆ ਮਾਲਕ ਪਰਮਾਤਮਾ ਨੇ, ਇਹ ਸਤਿਗੁਰੂ ਜਿਹੜੇ ਹੈਗੇ ਮਾਲਕ ਦੀ ਡਿਊਟੀ ਹੈਗੀ। ਬ੍ਰਹਮ ਗਿਆਨੀ ਨੂੰ, ਬ੍ਰਹਮ ਗਿਆਨ ਨੂੰ ਦੁਨੀਆ ਦੇ ਵਿੱਚ ਭੇਜਣਾ, ਸੇਧ ਦੇਣੀ, ਇਹ ਮਾਲਕ ਦੀ ਡਿਊਟੀ ਹੈ। ਦੋਨੋਂ ਰਸਤਿਆਂ ਦੀ ਚੁਆਇਸ ਇਨਸਾਨ ਦੀ ਹੈਗੀ। ਬਿਨ ਸਤਿਗੁਰ ਕੋ ਮਗ ਨਾ ਜਾਣੇ, ਅੰਧੇ ਠੌਰ ਨਾ ਕਾਈ। ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਕਹਿੰਦੇ ਫਿਰ ਮਨ ਦੇ ਪਿੱਛੇ ਚੱਲਣ ਵਾਲੇ ਨੇ, ਜਿਹਨੇ ਪੱਤ ਗਵਾ ਲਈ, ਜਿਹਨੇ ਨਹੀਂ ਗੁਰੂ ਦੀ ਮੱਤ ਲਈ, ਜਿਹਨੇ ਨਹੀਂ ਰਸਤਾ ਲੱਭਿਆ, ਜਿਹੜਾ ਅੰਧੇਰੇ ਦੇ ਵਿੱਚ ਹੀ ਰਹਿ ਗਿਆ, ਮਾਇਆ ਦੇ ਅੰਧੇਰੇ ਵਿੱਚ, ਕਹਿੰਦੇ ਉਹਨੂੰ ਕੋਈ ਟਿਕਾਣਾ ਨਹੀਂ ਹੈ ਭਾਈ। ਉਹਨੇ ਉਹ ਸੁੱਖਾਂ ਦਾ ਦਾਤਾ ਮਨ ਦੇ ਵਿੱਚ ਨਹੀਂ ਵਸਾਇਆ, ਫਿਰ ਅਖੀਰ ਦੇ ਵਿੱਚ ਕਹਿੰਦੇ ਪਛਤਾਉਂਦਾ ਹੋਇਆ ਚਲਾ ਗਿਆ। ਅੰਤ ਗਿਆ ਪਛਤਾਈ। ਪੰਜਵਾਂ ਬੰਦਾ ਆ ਗਿਆ, ਪਈ ਅੜੇ ਜਗ ਜੀਵਨ ਦਾਤਾ, ਗੁਰਮਤਿ ਮਨ ਵਸਾਇਆ। ਕਹਿੰਦੇ ਜਗ ਜੀਵਨ ਦਾਤਾ ਜਿਹੜਾ ਸੀਗਾ ਪੇਕੇ ਘਰ ਦੇ ਵਿੱਚ, ਜਿਸ ਜੀਵ ਇਸਤਰੀ ਨੇ, ਜਿਸ ਅਭਿਆਸੀ ਨੇ, ਜਿਸ ਇਨਸਾਨ ਨੇ ਗੁਰੂ ਦੀ ਮੱਤ ਲੈ ਕੇ ਮਨ ਦੇ ਵਿੱਚ ਵਸਾ ਲਿਆ, ਇਹ ਮਾਲਕ ਪਰਮਾਤਮਾ ਮਨ ਦੇ ਵਿੱਚ ਵਸਣਾ ਆ। ਆਪਾਂ ਗਿਆਨ ਲਈਏ, ਗੁਰੂ ਦਾ ਗਿਆਨ, ਗੁਰੂ ਦੀ ਮੱਤ ਲੈ ਲਈਏ, ਗੁਰੂ ਦੀ ਮੱਤ ਵਿਚਾਰ ਲਈਏ, ਗੁਰੂ ਦੀ ਮੱਤ ਜਿੰਨੀ ਮਰਜ਼ੀ ਆਪਣੇ ਅੰਦਰ ਆ ਜਾਏ, ਜਦ ਤੱਕ ਉਹ ਮਾਲਕ ਪਰਮਾਤਮਾ ਮਨ ਦੇ ਵਿੱਚ ਨਹੀਂ ਵਸਦਾ, ਅੱਗੇ ਜਿਹੜੀਆਂ ਹੈਗੀਆਂ ਅਗਲੀਆਂ ਪ੍ਰਾਪਤੀਆਂ ਨਹੀਂ ਹੋਣੀਆਂ ਭਾਈ। ਮਾਲਕ ਨੇ ਮਨ ਦੇ ਵਿੱਚ ਵਸਣਾ ਆ। ਇਹ ਮਨ ਦੇ ਵਿੱਚ ਮਾਲਕ ਕਿਵੇਂ ਵਸੂਗਾ? ਵਸਣਾ ਕਹਿੰਦੇ ਆ ਗੁਰੂ ਦੀ ਮੱਤ ਦੇ ਦੁਆਰਾ ਹੈਗਾ ਭਾਈ। ਮਾਲਕ ਨੇ ਵਸਣਾ, ਕੰਡੀਸ਼ਨ ਹੈਗੀ ਆ। ਉਹ ਜਗ ਜੀਵਨ ਦਾਤੇ ਨੇ, ਔਰ ਪੇਕੇ ਘਰ ਦੇ ਵਿੱਚ ਹੀ, ਇੱਥੇ ਮਨੁੱਖ ਜੂਨ ਦੇ ਵਿੱਚ ਹੀ ਮਾਲਕ ਨੂੰ ਆਪਣੇ ਮਨ ਦੇ ਵਿੱਚ ਵਸਾ ਸਕਦੇ ਹਾਂ ਆਪਾਂ। ਮਨ ਦੇ ਵਿੱਚ ਵਸਾਉਣਾ ਕੀ ਹੈਗਾ? ਮਨ ਦੇ ਵਿੱਚ ਵਸਾਉਣਾ ਹੈਗਾ ਭਾਈ
ਜੇ ਮਨ 'ਚ ਮਾਲਕ ਆ ਗਿਆ ਤੇ ਫਿਰ ਜਿਹੜਾ ਹੈਗਾ ਮੈਂ ਮੇਰੀ ਖਤਮ ਹੋਣੀ ਚਾਹੀਦੀ ਹੈ। ਫਿਰ ਆਪਣਾ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਸਰੀਰ ਹੈਗਾ, ਇਹ ਬੋਧ, ਆ ਮੇਰਾ ਘਰ, ਆ ਮੇਰੀ ਘਰਵਾਲੀ, ਆ ਬੱਚੇ, ਇਹ ਖਤਮ ਹੋਣੇ ਚਾਹੀਦੇ। ਜਿਹਦੇ ਅੰਦਰ ਉਹ ਮਾਲਕ, ਜਦ ਹੁਣ ਮਾਲਕ ਆਪਾਂ ਕਹਿੰਦੇ ਹਾਂ ਜੀ ਮੇਰੇ ਅੰਦਰ ਤਾਂ ਕੋਈ ਚਮਤਕਾਰ ਨਹੀਂ ਹੋ ਰਿਹਾ, ਮੇਰੇ ਅੰਦਰ ਤਾਂ ਕੋਈ ਪ੍ਰਕਾਸ਼ ਨਹੀਂ ਹੋ ਰਿਹਾ, ਮੇਰੇ ਅੰਦਰ ਤਾਂ ਕੋਈ ਸੁਣ ਨਹੀਂ ਰਿਹਾ, ਮੇਰੇ ਅੰਦਰ ਤਾਂ ਕੁਛ ਆ ਨਹੀਂ ਹੋ ਰਿਹਾ, ਮੇਰੀ ਅੱਗੇ ਆਪਣੇ ਅੰਦਰ ਇਹੀ ਜਿਹੜੇ ਵਿਚਾਰ ਚੱਲਣ ਲੱਗ ਜਾਂਦੇ ਆ। ਉਹ ਭਾਈ ਤੇਰੇ ਅੰਦਰ ਜਦ ਮਨ ਤੇ ਪਰਮਾਤਮਾ ਵਸ ਗਿਆ ਤੇਰੇ ਮਨ ਦੇ ਵਿੱਚ, ਫਿਰ ਗਾਹਾਂ ਕੀ ਚਾਹੀਦਾ ਹੈ? ਮਾਲਕ ਤਾਂ ਤੇਰੇ ਨਾਲ ਹੈਗਾ, ਤੂੰ ਤਾਂ ਉਹਨੂੰ ਮਹਿਸੂਸ ਹੀ ਨਹੀਂ ਕਰ ਰਿਹਾ, ਤੂੰ ਤਾਂ ਉਹਦੇ ਬਾਰੇ ਕੁਛ ਜਿਹੜਾ ਹੈਗਾ ਤੇਰੇ ਅੰਦਰ ਜਿਹੜਾ ਹੈਗਾ ਕੁਛ, ਉਹ ਤਾਂ ਤੇਰੇ ਨਾਲ ਹੈ, ਜਿਹਦੀ ਖੋਜ ਕਰ ਰਿਹਾ ਹੈ ਤੂੰ, ਉਹ ਤਾਂ ਵਸਿਆ ਹੋਇਆ ਹੈ, ਤੂੰ ਬਾਹਰ ਹੈਗਾ ਆ। ਮਾਲਕ ਮਨ ਦੇ ਵਿੱਚ ਵਸੇ, ਮਾਲਕ ਮਨ ਦੇ ਵਿੱਚ ਵਸ ਗਿਆ ਤੇ ਆਪਾਂ ਮਾੜੇ ਰਸਤੇ ਤੇ ਕਿਸ ਤਰ੍ਹਾਂ ਜਾ ਸਕਦੇ ਹਾਂ? ਆਪਾਂ ਕਿਸੇ ਦਾ ਦਿਲ ਕਿਵੇਂ ਦੁਖਾ ਸਕਦੇ ਹਾਂ? ਪਈ ਅੜੇ ਜਗ ਜੀਵਨ ਦਾਤਾ, ਗੁਰਮਤਿ ਮਨਿ ਵਸਾਇਆ। ਬਹੁਤ ਕੀਮਤੀ ਹੈ ਜੀ ਨੁਕਤਾ, ਬਹੁਤ ਕੀਮਤੀ। ਆਪਾਂ ਭਗਤੀ ਕਰਨ ਲੱਗੇ ਹਾਂ, ਧਿਆਨ ਸਿਮਰਨ ਕਰਨ ਲੱਗੇ ਹਾਂ, ਪਹਿਲਾਂ ਆਪਣੇ ਮਨ ਦੇ ਵਿੱਚ ਜਿਹੜਾ ਹੈ ਮਾਲਕ ਨੂੰ ਆਪਣੇ ਅੰਗ ਸੰਗ ਮਹਿਸੂਸ ਕਰੋ, ਮਾਲਕ ਨੂੰ ਵਸਿਆ ਹੋਇਆ, ਮਾਲਕ ਨੂੰ ਅੰਗ ਸੰਗ ਜਾਣ ਕੇ ਬਸ ਭਗਤੀ ਕਰੋ। ਪਈ ਅੜੇ ਜਗ ਜੀਵਨ ਦਾਤਾ, ਗੁਰਮਤਿ ਮਨਿ ਵਸਾਇਆ। ਅਨਦਿਨ ਭਗਤ ਕਰੇ ਦਿਨ ਰਾਤੀ, ਹਉਮੈ ਮੋਹ ਚੁਕਾਇਆ। ਆਇਆ ਭਾਈ ਭਗਤੀ, ਇਹਦੇ ਨਾਲ ਹਉਮੈ ਦਾ ਮੋਹ ਚਲੇ ਜਾਣਾ ਹੈ, ਮਾਇਆ ਦਾ ਮੋਹ ਖਤਮ ਹੋ ਜਾਣਾ ਹੈ, ਹਉਮੈ ਵੀ ਚਲੇ ਜਾਣੀ ਹੈ। ਕਿਉਂਕਿ ਜਦ ਮਾਲਕ ਅੰਦਰ ਜਿਹੜਾ ਹੈਗਾ ਆਪਣੇ ਵਸ ਗਿਆ ਤੇ ਫਿਰ ਜਿਹੜਾ ਹੈਗਾ ਮੈਂ ਮੇਰੀ ਕਿੱਥੋਂ ਆਊਗੀ? ਜਿਸ ਸਿਉ ਰਾਤਾ ਤੈਸੋ ਹੋਵੇ, ਸੱਚੇ ਸੱਚ ਸਮਾਇਆ। ਕਹਿੰਦੇ ਜਿਹਦੇ ਨਾਲ ਰਤਿਆ ਹੋਇਆ, ਜਿਹੋ ਜਿਹਾ ਮਾਲਕ ਪਰਮਾਤਮਾ ਹੈਗਾ, ਉਹ ਜਿਹਾ ਇਹ ਵੀ ਹੋ ਜਾਏਗਾ। ਜਿਸ ਸਿਉ ਰਾਤਾ ਤੈਸੋ ਹੋਵੇ, ਉਹ ਗੁਣਾਂ ਦਾ ਪੁੰਜ ਹੈਗਾ, ਅਭਿਆਸੀ ਵੀ ਗੁਣਾਂ ਦਾ ਪੁੰਜ ਹੋ ਜਾਏਗਾ ਭਾਈ, ਉਹੀ ਜੀ ਬੂੰਦ ਸਾਗਰ ਦੇ ਵਿੱਚ ਮਿਲ ਜਾਏਗੀ, ਸੱਚੇ ਦੇ ਵਿੱਚ ਸਮਾ ਜਾਏਗਾ। ਸੱਚੇ ਸਮਾਇਆ, ਸੱਚ ਦੇ ਦੁਆਰਾ ਸੱਚੇ ਦੇ ਵਿੱਚ ਸਮਾ ਜਾਏਗਾ ਭਾਈ, ਉਹ ਜਿਹਾ ਹੋ ਕੇ ਆਪੇ ਨਜ਼ਰ ਕਰੇ ਭਾਉ ਲਾਏ, ਗੁਰ ਸ਼ਬਦੀ ਵਿਚਾਰ। ਹਾਂ, ਇਹ ਜਿਹੜਾ ਭਾਉ ਪਿਆਰ ਮਾਲਕ ਨੇ ਲਾਉਣਾ ਹੈ, ਆਪੇ ਨਜ਼ਰ ਕਰੇ, ਮੇਰ ਮਾਲਕ ਨੇ ਕਰਨੀ ਹੈ, ਪਿਆਰ ਲਾ ਦੇਣਾ ਹੈ। ਪਿਆਰ ਕਿਵੇਂ ਲਾ ਦੇਣਾ ਹੈ? ਗੁਰੂ ਦੇ ਸ਼ਬਦ ਦੇ ਦੁਆਰਾ ਲਾ ਦੇਣਾ ਹੈ। ਵਿਚਾਰ ਕਰੂਗਾ ਜਿਹੜਾ ਗੁਰੂ ਦੀ ਮੱਤ ਨੂੰ, ਗੁਰਬਾਣੀ ਨੂੰ ਜਿਹੜਾ ਵਿਚਾਰੂਗਾ, ਉਹਦੇ ਅੰਦਰ ਪਿਆਰ ਪੈਦਾ ਹੋ ਜਾਣਾ ਹੈ, ਉਸ ਤੇ ਮਿਹਰ ਹੋ ਜਾਣੀ ਹੈ, ਕਿਉਂਕਿ ਉਸਨੇ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਹੈ। ਉਹਨੇ ਮਾਲਕ ਨੂੰ ਜਿਹੜਾ ਹੈਗਾ ਕਰਤੇ ਨੂੰ, ਆਪਣੇ ਅੰਦਰ ਕਰਤੇ ਨੂੰ ਮਹਿਸੂਸ ਕਰਨਾ ਹੈ। ਸਾਰਿਆਂ ਦੇ ਵਿੱਚ ਮਾਲਕ ਨੂੰ ਦੇਖਣਾ ਹੈ, ਉਹਨੇ ਆਪਣੇ ਅੰਦਰ ਵੀ ਮਾਲਕ ਨੂੰ ਦੇਖਣਾ ਹੈ। ਆਪੇ ਨਜ਼ਰ ਕਰੇ ਭਾਉ ਲਾਏ, ਗੁਰ ਸ਼ਬਦੀ ਵਿਚਾਰ। ਸਤਿਗੁਰ ਸੇਵੈ ਸਹਿਜ ਉਪਜੈ, ਹਉਮੈ ਤ੍ਰਿਸ਼ਨਾ ਮਾਰ। ਆਇਆ ਭਾਈ ਸਤਿਗੁਰੂ ਦੀ ਸੇਵਾ, ਇਸ ਦੇ ਨਾਲ ਕੀ ਹੋਣਾ ਹੈ? ਸਹਿਜ ਪੈਦਾ ਹੋ ਜਾਣਾ ਹੈ। ਸਹਿਜ ਕੀ ਹੈਗਾ? ਸਹਿਜ ਹੈਗਾ ਭਾਈ ਦੁੱਖ ਸੁੱਖ ਜਿਹੜੇ ਹੈਗੇ ਇੱਕ ਬਰੋਬਰ, ਦੁੱਖ ਹੈ ਸੁੱਖ ਆ ਜਾਏ, ਭਗਤੀ ਧਿਆਨ ਸਿਮਰਨ ਜਿਹੜਾ ਹੈਗਾ ਉਸੇ ਤਰ੍ਹਾਂ ਚੱਲ ਰਿਹਾ ਹੈ। ਦੁੱਖ ਦੇ ਵਿੱਚ ਵੀ ਮਾਲਕ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ, ਧਿਆਨ ਸਿਮਰਨ ਕਰ ਰਿਹਾ, ਸੁੱਖ ਦੇ ਵਿੱਚ ਵੀ ਕਰ ਰਿਹਾ ਹੈ। ਸਹਿਜ ਅਵਸਥਾ ਹੈਗੀ ਆ ਸਾਰਿਆਂ ਦੇ ਵਿੱਚ ਉਸ ਮਾਲਕ ਪਰਮਾਤਮਾ ਨੂੰ ਦੇਖ ਰਿਹਾ ਹੈ। ਸਾਰਿਆਂ ਨੂੰ ਮਾਫ ਕਰ ਦਿੱਤਾ ਹੈ, ਆਪਣੇ ਆਪ ਨੂੰ ਵੀ ਮਾਫ ਕਰ ਦਿੱਤਾ ਹੈ। ਸਤਿਗੁਰ ਸੇਵੈ ਸਹਿਜ ਉਪਜੈ, ਸਹਿਜ ਪੈਦਾ ਹੋਣਾ ਹੈ ਭਾਈ ਧਿਆਨ ਸਿਮਰਨ ਦੇ ਦੁਆਰਾ। ਆਹ ਸਹਿਜ ਅਵਸਥਾ ਹੈਗੀ ਆ, ਅਡੋਲ ਅਵਸਥਾ ਹੈਗੀ, ਮਨ ਦੀ ਅਡੋਲ ਅਵਸਥਾ ਹੈ, ਉਹਨੂੰ ਕਹਿੰਦੇ ਸਹਿਜ ਅਵਸਥਾ ਆ ਗਈ। ਅਡੋਲ ਹੋ ਗਿਆ, ਡੋਲਦਾ ਹੀ ਨਹੀਂ ਮਨ। ਸਤਿਗੁਰ ਸੇਵੈ, ਨਾ ਨੈਗੇਟਿਵਿਟੀ ਨਾ ਪੋਜ਼ਿਟਿਵਿਟੀ ਜਿਹੜੀ ਹੈਗੀ ਆ, ਬਸ ਅਡੋਲ ਚਿੱਤ ਹੈਗਾ, ਦੁੱਖ ਸੁੱਖ ਇੱਕ ਬਰੋਬਰ, ਸਮ ਦ੍ਰਿਸ਼ਟੀ, ਇਹਨੂੰ ਕਹਿੰਦੇ ਸਹਿਜ ਅਵਸਥਾ। ਹਉਮੈ ਤ੍ਰਿਸ਼ਨਾ ਮਾਰ, ਇਸ ਤਰ੍ਹਾਂ ਹਉਮੈ ਔਰ ਤ੍ਰਿਸ਼ਨਾ ਜਿਹੜੀ ਹੈ ਪਦਾਰਥਾਂ ਦੀ ਮੋਹ ਜਿਹੜਾ ਹੈਗਾ ਇਹ ਖਤਮ ਹੋ ਜਾਂਦਾ ਹੈ। ਮੈਂ ਮੇਰੀ ਹਉਮੈ ਕਰਤਾਪੁਣਾ ਚਲੇ ਜਾਂਦਾ ਹੈ। ਹਰ ਗੁਣ ਦਾਤਾ ਸਦ ਮਨ ਵਸੈ, ਸੱਚ ਰੱਖਿਆ ਉਰ ਧਾਰ। ਇਸ ਤਰ੍ਹਾਂ ਉਹ ਗੁਣਾਂ ਦਾ ਦਾਤਾ ਹਮੇਸ਼ਾ ਵਾਸਤੇ ਹੀ ਮਨ ਦੇ ਵਿੱਚ ਵਸ ਜਾਂਦਾ ਹੈ ਭਾਈ, ਔਰ ਸੱਚ ਨੂੰ ਜਿਹੜਾ ਉਰ ਦੇ ਵਿੱਚ, ਹਿਰਦੇ ਦੇ ਵਿੱਚ ਚਲੇ ਜਾਂਦਾ ਹੈ, ਹਿਰਦੇ ਚ ਪ੍ਰਗਟ ਹੋ ਜਾਂਦਾ ਹੈ। ਜਿਹਨੇ ਵੀ ਸੱਚ ਨੂੰ ਹਿਰਦੇ ਚ ਆਪਣੇ ਧਾਰ ਕੇ ਰੱਖਿਆ, ਉਹਦੇ ਅੰਦਰ ਉਹ ਗੁਣਾਂ ਦਾ ਦਾਤਾ ਵਸ ਜਾਂਦਾ ਹੈ।
7ਵਾਂ ਬੰਦ ਆ ਗਿਆ, ਪ੍ਰਭ ਮੇਰਾ ਸਦਾ ਨਿਰਮਲਾ, ਮਨੇ ਨਿਰਮਲੇ ਪਾਇਆ ਜਾਏ। ਕੰਡੀਸ਼ਨ ਆ ਗਈ ਭਾਈ, ਪਰਮਾਤਮਾ ਨਿਰਮਲ ਹੈਗਾ, ਉਹਦੇ ਵਿੱਚ ਕੋਈ ਮੈਲ ਨਹੀਂ ਹੈਗੀ। ਜੇ ਮਨ ਨੂੰ ਆਪਾਂ ਨਿਰਮਲ ਕਰ ਲਵਾਂਗੇ ਤਾਂ ਉਹ ਮਾਲਕ ਆਪਣੇ ਅੰਦਰ ਪ੍ਰਗਟ ਹੋ ਜਾਏਗਾ। ਬਗੈਰ ਮਨ ਨੂੰ ਨਿਰਮਲ ਕੀਤੇ ਜਿਹੜਾ ਹੈਗਾ ਪ੍ਰਗਟ ਨਹੀਂ ਹੋਏਗਾ। ਨਿਰਮਲ ਕਰਨ ਦੇ ਵਾਸਤੇ ਧਿਆਨ ਸਿਮਰਨ ਕਰਨਾ ਹੈ, ਇਸੇ ਨੇ ਨਿਰਮਲ ਕਰਨਾ ਹੈ। ਇਸ ਸ਼ਬਦ ਸੁਰਤ ਦੇ ਸ਼ਬਦ ਸੁਰਤ ਨੇ ਨਿਰਮਲ ਕਰ ਦੇਣਾ ਹੈ ਆਪਾਂ ਨੂੰ, ਭਗਤੀ ਨੇ, ਪ੍ਰੇਮਾ ਭਗਤੀ ਨੇ। ਪ੍ਰਭ ਮੇਰਾ ਸਦਾ ਨਿਰਮਲਾ, ਮਨੇ ਨਿਰਮਲੇ ਪਾਇਆ ਜਾਏ। ਨਾਮ ਨਿਧਾਨ ਹਰ ਮਨ ਵਸੈ, ਹਉਮੈ ਦੁੱਖ ਸਭ ਜਾਏ। ਔਰ ਇਹ ਨਾਮ ਜਿਹੜਾ ਹੈਗਾ ਖਜ਼ਾਨਾ ਸਾਰੇ ਪਦਾਰਥਾਂ ਦਾ, ਸਾਰੀ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਇਹਦੇ ਵਿੱਚ ਆ ਗਏ, ਇਸ ਨਿਧਾਨ ਦੇ ਵਿੱਚ ਆ ਗਏ ਸਾਰੇ। ਐਸਾ ਹੈ ਨਾਮ ਨਿਧਾਨ, ਕਹਿੰਦੇ ਆ ਖਜ਼ਾਨਿਆਂ ਦਾ ਖਜ਼ਾਨਾ। ਨਾਮ ਨਿਧਾਨ ਹਰ ਮਨ ਵਸੈ, ਹਉਮੈ ਦੁੱਖ ਸਭ ਜਾਏ। ਉਹ ਮਾਲਕ ਪਰਮਾਤਮਾ ਇਹ ਮਨ ਦੇ ਵਿੱਚ ਵਸ ਗਿਆ, ਕਹਿੰਦੇ ਹਉਮੈ ਦੁੱਖ ਸਾਰਾ ਦਾ ਸਾਰਾ ਚਲੇ ਜਾਣਾ ਹੈ। ਇਹ ਕਿਵੇਂ ਹੋ ਗਿਆ ਸਾਰਾ ਦਾ ਸਾਰਾ? ਕਹਿੰਦੇ ਸਤਿਗੁਰੇ ਸ਼ਬਦ ਸੁਣਾਇਆ, ਹਉ ਸਦ ਬਲਿਹਾਰੇ ਜਾਉ। ਇੱਥੇ ਨੁਕਤਾ ਦੇ ਗਏ ਭਾਈ, ਕਹਿੰਦੇ ਗੁਰੂ ਨੇ, ਸਤਿਗੁਰੂ ਨੇ, ਬ੍ਰਹਮ ਗਿਆਨ ਨੇ ਕੀ ਕੀਤਾ? ਬ੍ਰਹਮ ਗਿਆਨ ਲਿਆ, ਬ੍ਰਹਮ ਗਿਆਨ ਨੂੰ ਵਿਚਾਰਿਆ, ਔਰ ਬ੍ਰਹਮ ਗਿਆਨ ਨੇ ਧਿਆਨ ਸਿਮਰਨ ਕਰਨ ਨੂੰ ਕਿਹਾ, ਬ੍ਰਹਮ ਗਿਆਨ ਨੇ ਅੰਦਰ ਵੜਨ ਨੂੰ ਕਿਹਾ। ਉਹਦੇ ਨਾਲ ਕੀ ਹੋਇਆ? ਉਹ ਸ਼ਬਦ ਸੁਣਨ ਲੱਗ ਗਿਆ, ਜਿਹੜਾ ਹੈ 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਉਹ ਸ਼ਬਦ ਜਿਹੜਾ ਅੱਖਰਾਂ ਦੇ ਵਿੱਚ ਨਹੀਂ ਆਉਂਦਾ, ਉਹ ਮਾਲਕ ਪਰਮਾਤਮਾ ਜਿਹੜਾ ਅੱਖਰਾਂ ਦੇ ਵਿੱਚ, ਜਿਹਨੂੰ ਨਹੀਂ ਡਿਫਾਈਨ ਕੀਤਾ ਜਾ ਸਕਦਾ, ਅਕਥ ਨਹੀਂ ਕਥਿਆ ਜਾ ਸਕਦਾ। ਇਹ ਸ਼ਬਦ ਵੀ ਅਕਥ ਹੈਗਾ ਭਾਈ, ਇਹਨੂੰ ਨਹੀਂ ਕਥਿਆ ਜਾ ਸਕਦਾ। ਸਤਿਗੁਰੇ ਸ਼ਬਦ ਸੁਣਾਇਆ, ਗੁਰੂ ਨੇ ਸੁਣਾਉਣਾ ਹੈ ਭਾਈ, ਔਰ ਇਸ ਤਰੀਕੇ ਦੇ ਨਾਲ ਸੁਣਾਉਣਾ ਹੈ। ਜਿਹੜਾ ਧਿਆਨ ਸਿਮਰਨ ਕਰਦਾ ਹੈ ਉਹਨੂੰ ਆਟੋਮੈਟਿਕਲੀ ਇਹ ਸ਼ਬਦ ਸੁਣਨਾ ਹੈ। ਸਤਿਗੁਰੇ ਸ਼ਬਦ ਸੁਣਾਇਆ, ਹਾਂ ਸਦ ਬਲਿਹਾਰੇ ਜਾਉ। ਕਹਿੰਦੇ ਮੈਂ ਤਾਂ ਬਲਿਹਾਰ ਜਾਣਾ ਹੈ, ਹਮੇਸ਼ਾ ਬਲਿਹਾਰ ਜਾਣਾ ਹੈ ਐਸੇ ਗੁਰੂ ਤੋਂ, ਔਰ ਐਸੇ ਜਿਹੜੇ ਅਭਿਆਸੀ ਤੋਂ ਵੀ, ਜਿਹਨੂੰ ਇਹ ਸ਼ਬਦ ਸੁਣ ਗਿਆ। ਆਪਣੇ ਮਨ ਚਿਤ ਕਹੈ ਕਹਾਏ, ਬਿਨ ਗੁਰ ਆਪ ਨਾ ਜਾਈ। ਕਹਿੰਦੇ ਇਨਸਾਨ ਜਿਹੜਾ ਹੈਗਾ, ਇੱਥੇ ਜਿਹੜੀ ਹਰਡਲ ਹੈਗੀ ਆ, ਕਹਿੰਦੇ ਇੰਨੀ ਆਪਣੇ ਅੰਦਰ ਉਹਦੀ ਹਉਮੈ ਹੁੰਦੀ ਆ, ਉਹਦੇ ਮਨ ਦੇ ਵਿੱਚ ਵੀ, ਚਿੱਤ ਦੇ ਵਿੱਚ ਵੀ, ਬਸ ਆਪਣੇ ਆਪ ਨੂੰ ਵਡਿਆਉਂਦਾ ਹੈ, ਆਪਣੇ ਆਪ ਨੂੰ ਜਿਹੜਾ ਹੈਗਾ ਆਪਣੀ ਵਡਿਆਈ ਵੀ ਕਰਦਾ ਹੈ, ਔਰ ਲੋਕਾਂ ਤੋਂ ਵੀ ਜਿਹੜਾ ਹੈਗਾ ਕਹਾਉਂਦਾ ਹੈ। ਆਪਣੇ ਮਨ ਚਿਤ ਕਹੈ ਕਹਾਏ, ਬਿਨ ਗੁਰ ਆਪ ਨਾ ਜਾਈ। ਪਰ ਕਹਿੰਦੇ ਭਾਈ ਗੁਰੂ ਤੋਂ ਬਗੈਰ ਇਹ ਆਪਾ, ਇਹ ਹਉਮੈ ਨਹੀਂ ਜਾਣੀ ਭਾਈ, ਇਹ ਹੰਕਾਰ ਨਹੀਂ ਜਾਣਾ। ਹਰ ਜਿਉ ਭਗਤ ਵਛਲ ਸੁਖ ਦਾਤਾ, ਕਰ ਕਿਰਪਾ ਮਨ ਵਸਾਈ। ਕਹਿੰਦੇ ਪਰਮਾਤਮਾ ਜਿਹੜਾ ਹੈਗਾ ਉਹ ਭਗਤ ਵਛਲ ਹੈਗਾ, ਭਗਤੀ ਤੋਂ ਖੁਸ਼ ਹੋਣ ਵਾਲਾ ਹੈ ਉਹ ਮਾਲਕ ਪਰਮਾਤਮਾ। ਹਰ ਜਿਉ ਭਗਤ ਵਛਲ, ਭਗਤੀ ਤੋਂ ਖੁਸ਼ ਹੋ ਜਾਂਦਾ ਹੈ ਉਹ ਮਾਲਕ ਪਰਮਾਤਮਾ। ਹਰ ਜਿਉ ਭਗਤ ਵਛਲ ਸੁਖ ਦਾਤਾ, ਸੁੱਖਾਂ ਦਾ ਦਾਤਾ ਹੈਗਾ ਉਹ ਮਾਲਕ ਪਰਮਾਤਮਾ। ਹਰ ਜਿਉ ਭਗਤ ਵਛਲ ਸੁਖ ਦਾਤਾ, ਕਰ ਕਿਰਪਾ ਮਨ ਵਸਾਈ। ਕਿਰਪਾ ਕਰਕੇ ਉਹ ਮਾਲਕ ਪਰਮਾਤਮਾ ਮਿਹਰ ਕਰ ਦਿੰਦਾ ਹੈ, ਮਨ ਦੇ ਵਿੱਚ ਵਸ ਜਾਂਦਾ ਹੈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ, ਗੁਰਮੁਖ ਦੇ ਵਡਿਆਈ। ਇਹ ਸੋਭਾ, ਇਹ ਸ਼ਬਦ ਸੁਰਤ ਦੀ ਖੇਡ, ਇਹ ਸ਼ਬਦ ਨੂੰ ਸੁਣਾਉਣਾ, ਇਹ ਮਾਲਕ ਪਰਮਾਤਮਾ ਨੇ ਆਪ ਹੀ ਮਿਹਰ ਕਰ ਦਿੰਦਾ ਹੈ। ਪਰ ਕਰਦਾ ਆ ਗੁਰੂ ਦੇ ਦੁਆਰਾ, ਜਿਹੜੇ ਗੁਰੂ ਦੇ ਗਿਆਨ ਨੂੰ ਲੈਂਦੇ ਆ, ਜਿਹੜੇ ਗੁਰੂ ਦੀ ਮੱਤ ਦੇ ਥੱਲੇ ਆਪਣੀ ਮੱਤ ਰੱਖ ਦਿੰਦੇ ਆ, ਜਿਨ੍ਹਾਂ ਦੀ ਜਿਹੜੀ ਹੈਗੀ ਆ ਘੜੀਏ ਸ਼ਬਦ ਸੱਚੀ ਟਕਸਾਲ, ਇਹ ਘੜਦੇ ਆ, ਔਰ ਆਪਣੇ ਆਪ ਨੂੰ ਜਿਹੜਾ ਹੈ ਜਿਨ੍ਹਾਂ ਦਾ ਜਿਹੜਾ ਹੈਗਾ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤਿੱਥੇ ਘੜੀਏ ਸੁਰਤ, ਮਤ, ਮਨ, ਬੁੱਧ, ਆਹ ਚੀਜ਼ਾਂ ਘੜਦੇ ਆ ਭਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ, ਗੁਰਮੁਖ ਦੇ ਵਡਿਆਈ। ਗੁਰੂ ਦੇ ਰਾਹੀਂ ਇਹ ਵਡਿਆਈ ਮਾਲਕ ਪਰਮਾਤਮਾ, ਸਭ ਤੋਂ ਉੱਚੀ ਜਿਹੜੀ ਹੈਗੀ ਅਵਸਥਾ ਮਾਲਕ ਪਰਮਾਤਮਾ ਆਪ ਦਿੰਦਾ ਹੈ ਭਾਈ।
ਇਹ ਸੁਰਤ ਸ਼ਬਦ ਸੁਰਤ ਦੀ ਖੇਡ, ਲੋਕ ਪਰਲੋਕ ਦੇ ਵਿੱਚ ਸੋਭਾ। ਇੱਕ ਹੋਰ ਲਈਏ ਅਸ਼ਟਪਦੀ। ਸਿਰਾਗ ਮਹੱਲਾ ਤੀਜਾ। ਹਉਮੈ ਕਰਮ ਕਮਾਵੰਦੇ, ਜਮ ਡੰਡ ਲੱਗੈ ਤਿਨ ਆਏ। ਕਹਿੰਦੇ ਹਉਮੈ ਦੇ ਵਿੱਚ ਜਿਹੜੇ ਹੈਗੇ ਜੋ ਵੀ ਕਰਮ ਇਨਸਾਨ ਕਰਦਾ ਆ ਮੈਂ ਮੇਰੀ ਦੇ ਨਾਲ, ਕਹਿੰਦੇ ਉਹ ਜਮ ਦਾ ਦੰਡ ਉਹਨੂੰ ਲੱਗਣਾ ਹੀ ਲੱਗਣਾ ਆ ਕੇ। ਉਹ ਧਰਮਰਾਜ ਦੀ ਜਿਹੜੀ ਹੈਗੀ ਸਰਕਾਰ ਆ, ਧਰਮਰਾਜ ਦੀ ਉਹਦੇ ਵਿੱਚ, ਧਰਮਰਾਜ ਦੀ ਉਹਦੇ ਕੰਟਰੋਲ ਦੇ ਵਿੱਚ ਹੈਗਾ ਭਾਈ। ਹਉਮੈ ਕਰਮ ਕਮਾਵੰਦੇ, ਜਿਹੜੇ ਵੀ ਕਮਾਉਂਦੇ ਆ, ਜਮ ਡੰਡ ਲਗੇ ਤਿਨ ਆਏ, ਉਹਨਾਂ ਨੂੰ ਜਮ ਡੰਡ ਕੀ ਹੈਗਾ, ਜੂਨਾਂ ਦੇ ਵਿੱਚ ਭਟਕਣਾ ਭਾਈ। 84 ਲੱਖ ਜੂਨਾਂ ਹੈਗੀਆਂ। ਜੇ ਸਤਿਗੁਰ ਸੇਵਨ ਸੇ ਉਬਰੇ, ਹਰ ਛੇਤੀ ਲਿਵ ਲਾਏ। ਪਰ ਉਹਨਾਂ ਤੇ ਜਮ ਡੰਡ ਨਹੀਂ ਲੱਗਦਾ ਜਿਹੜੇ ਗੁਰੂ ਦੇ ਅਨੁਸਾਰ ਸੇਵਾ ਕਰਦੇ ਆ। ਸਤਿਗੁਰ ਸੇਵ ਨੇ, ਜੋ ਗੁਰੂ ਕਹਿ ਰਿਹਾ, ਜੋ ਬ੍ਰਹਮ ਗਿਆਨ ਕਹਿ ਰਿਹਾ ਆ, ਉਹ ਕਾਰਵਾਈ ਕਰਦੇ ਆ ਜਿਹੜੇ, ਉਹ ਉੱਭਰ ਜਾਂਦੇ ਆ। ਹਰ ਛੇਤੀ ਲਿਵ ਲਾਏ, ਉਹ ਸੰਸਾਰ ਸਮੁੰਦਰ ਦੇ ਵਿੱਚ, ਜਮ ਦਾ ਡੰਡ ਕੀ ਹੈ, ਸੰਸਾਰ ਸਮੁੰਦਰ ਭਵਜਲ, ਉਹ ਜਿਹੜੇ ਹੈਗੇ ਇਸ ਚੋਂ ਉੱਭਰ ਜਾਂਦੇ ਆ ਔਰ ਪਰਮਾਤਮਾ ਦੇ ਨਾਲ ਲਿਵ ਲਗਾ ਕੇ ਉੱਭਰ ਜਾਂਦੇ। ਉਹਨਾਂ ਦੀ ਲਿਵ ਲੱਗ ਜਾਂਦੀ ਹੈ ਮਾਲਕ ਪਰਮਾਤਮਾ ਦੇ ਨਾਲ। ਮਨ ਰੇ ਗੁਰਮੁਖੇ ਨਾਮ ਧਿਆਏ, ਇਸ ਕਰਕੇ ਹੇ ਮੇਰੇ ਮਨਾ ਆਪਣੀ ਮੱਤ ਛੱਡ ਦੇ। ਗੁਰੂ ਦੇ ਰਾਹੀਂ ਜਿਹੜਾ ਹੈਗਾ ਬ੍ਰਹਮ ਗਿਆਨ ਦੇ ਅਨੁਸਾਰ ਨਾਮ ਨੂੰ ਧਿਆਉਣਾ ਕਰ, ਧਿਆਨ ਕਰ ਪਰਮਾਤਮਾ ਦੇ ਨਾਲ, ਤੇਰਾ ਮਾਲਕ ਤੇਰੇ ਅੰਦਰ ਹੈਗਾ। ਮਨ ਰੇ ਗੁਰਮੁਖੇ ਨਾਮ ਧਿਆਏ, ਤੁਰ ਪੂਰਬ ਕਰਤੇ ਲਿਖਿਆ, ਤਿਨਾ ਗੁਰਮਤਿ ਨਾਮੇ ਸਮਾਏ। ਜਿਨ੍ਹਾਂ ਨੇ ਪਹਿਲਾਂ ਭਗਤੀ ਕੀਤੀ ਆ, ਜਿਨ੍ਹਾਂ ਦੀ ਲਿਖਤ ਬਣ ਗਈ ਆ, ਜਿਨ੍ਹਾਂ ਦੇ ਕਿਰਤ ਕਰਮ ਕੇ ਵਿਛੜੇ, ਜਿਨ੍ਹਾਂ ਨੇ ਕਰਮ ਕੀਤੇ ਆ, ਚੰਗੇ ਕਰਮ ਕੀਤੇ ਹੋਏ ਆ, ਉਹਨਾਂ ਨੂੰ ਗੁਰਮਤਿ ਨਾਮ ਦੇ ਵਿੱਚ ਸਮਾਈ ਮਿਲ ਜਾਂਦੀ ਹੈ। ਜਿਨ੍ਹਾਂ ਦੀ ਲਿਖਤ ਹੈਗੀ ਆ ਮੱਥੇ ਤੇ, ਜਿਨ੍ਹਾਂ ਦੀ ਲਿਖਤ ਹੈ, ਜਿਨ੍ਹਾਂ ਨੇ ਪੂਰਵ ਜਨਮ ਚ ਕੀਤੇ ਆ, ਜਿਨ੍ਹਾਂ ਨੇ ਕਮਾਈ ਕੀਤੀ ਆ, ਨਹੀਂ ਪੂਰੀ ਹੋਈ ਤੇ ਦੁਬਾਰਾ ਮਨੁੱਖੀ ਜੂਨ ਮਿਲੀ, ਲੈਣੀ ਪਈ। ਤੇ ਜੇ ਨਹੀਂ ਕਿਸੇ ਨੇ ਕੀਤੀ ਪਹਿਲਾਂ ਤੇ ਹੁਣ ਕਰ ਲਿਆ ਆਪਾਂ। ਹੁਣ ਕਿਹੜਾ ਜਿਹੜਾ ਹੈਗਾ ਕਿਸੇ ਨੇ ਆਪਣਾ ਹੱਥ ਫੜਿਆ ਹੋਇਆ ਹੈ ਭਾਈ। ਚੁਆਇਸ ਆਪਣੀ ਹੈਗੀ ਆ, ਮਰਜ਼ੀ ਆਪਣੀ ਹੈਗੀ ਆ ਭਾਈ। ਦੋਨੋਂ ਚੀਜ਼ਾਂ ਹੈਗੀਆਂ ਸਾਹਮਣੇ, ਜਿਹੜੇ ਮਰਜ਼ੀ ਰਸਤੇ ਤੇ ਆਪਾਂ ਜਾ ਸਕਦੇ ਹਾਂ। ਦੋਨੋਂ ਰਸਤਿਆਂ ਦਾ ਗਿਆਨ ਹੈਗਾ। ਤੁਰ ਪੂਰਬ ਕਰਤੇ ਲਿਖਿਆ, ਤਿਨਾ ਗੁਰਮਤਿ ਨਾਮ ਸਮਾਏ ਰਹਾਓ। ਵਿਣ ਸਤਿਗੁਰ ਪ੍ਰਤੀਤ ਨਾ ਆਵਈ, ਨਾਮ ਨਾ ਲਾਗੋ ਭਾਓ। ਦੇਖ ਲਓ ਭਾਈ, ਗੁਰੂ ਤੋਂ ਬਗੈਰ ਪ੍ਰਤੀਤ ਹੀ ਨਹੀਂ ਆਉਣੀ, ਯਕੀਨ ਹੀ ਨਹੀਂ ਆਉਣਾ। ਗੁਰੂ ਦੀ ਮੱਤ ਆਪਾਂ ਨੂੰ ਮਿਲ ਰਹੀ ਹੈ ਤੇ ਆਪਣੇ ਅੰਦਰ ਉਤਸ਼ਾਹ ਪੈਦਾ ਹੋ ਰਿਹਾ ਹੈ, ਪ੍ਰਤੀਤ ਆ ਰਹੀ ਹੈ। ਕਹਿੰਦੇ ਬਗੈਰ ਗੁਰੂ ਤੋਂ, ਬਗੈਰ ਸਤਿਗੁਰੂ ਤੋਂ ਪ੍ਰਤੀਤ ਨਹੀਂ ਆਉਣੀ, ਮਨ ਨੇ ਨਹੀਂ ਮੰਨਣਾ। ਨਾਮ ਦੇ ਨਾਲ ਪਿਆਰ ਹੀ ਨਹੀਂ ਪੈਦਾ ਹੋਣਾ। ਨਾਮ ਨਾ ਲਾਗੋ ਭਾਓ, ਵਿਸ਼ਵਾਸ ਹੀ ਨਹੀਂ ਹੋਣਾ ਔਰ ਪਿਆਰ ਵੀ ਨਹੀਂ ਪੈਦਾ ਹੋਣਾ। ਸੁਪਨੇ ਸੁਖ ਨਾ ਪਾਵਈ, ਦੁੱਖ ਮੈਂ ਸਵੈ ਸਮਾਏ। ਕਹਿੰਦੇ ਫਿਰ ਭਾਈ ਦੇਖੋ, ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਉਹ ਇਨਸਾਨ, ਕਿਉਂਕਿ ਮਾਲਕ ਪਰਮਾਤਮਾ ਕਹਿੰਦਾ ਮੈਂ ਦੁਨੀਆ ਦੇ ਪਦਾਰਥਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਸੁੱਖ ਨਹੀਂ ਪਾਇਆ ਹੋਇਆ, ਖਿੱਚ ਪਾਈ ਹੋਈ ਹੈ, ਸੁੱਖ ਨਹੀਂ ਪਾਇਆ ਹੋਇਆ। ਸੁਪਨੇ ਸੁਖ ਨਾ ਪਾਵਈ, ਦੁੱਖ ਮੈਂ ਸਵੈ ਸਮਾਏ। ਸਾਰੀ ਉਮਰ ਦੁੱਖ ਦੇ ਵਿੱਚ ਹੀ ਸੁੱਤੇ ਪਿਆ ਹੀ ਨਿਕਲ ਜਾਂਦੀ ਹੈ ਭਾਈ। ਦੁੱਖ ਦੇ ਵਿੱਚ ਸਮਾ ਕੇ ਸਾਰੀ ਮਨੁੱਖਾ ਜੂਨ ਖਤਮ ਹੋ ਜਾਂਦੀ ਹੈ। ਜੇ ਹਰ ਹਰ ਕੀਚੇ ਬਹੁਤ ਲੋਚੀਏ, ਕਿਰਤ ਨਾ ਮੇਟਿਆ ਜਾਏ। ਆ ਦੇਖੋ ਕਿੰਨਾ ਜ਼ਬਰਦਸਤ ਸੇਧ ਆ ਰਹੀ ਹੈ। ਕਹਿੰਦੇ ਜੇ ਆਪਾਂ ਸੋਚੀਏ ਬਈ ਸਾਹਮਣੇ ਵਾਲਾ ਵੀ ਧਿਆਨ ਸਿਮਰਨ ਕਰ ਲੈ, ਜਾਂ ਤੇ ਕਹਿੰਦੇ ਕਿਰਤ ਜਿਹੜਾ ਹੈ, ਉਹਦਾ ਕਿਰਤ ਜਿਹੜਾ ਹੈਗਾ, ਉਹਨੇ ਜੋ ਕੀਤਾ ਹੈਗਾ, ਉਹ ਜਿਹੜਾ ਹੈਗਾ ਨਹੀਂ ਮਿਟ ਸਕਦਾ ਭਾਈ। ਉਹਨੇ ਇਸ ਪਾਸੇ ਨਹੀਂ ਆਉਣਾ ਜੇ ਉਹਦੀ ਕਿਰਤ ਨਹੀਂ ਹੈਗੀ। ਜੇ ਉਹਦੀ ਕਿਰਤ ਜਿਹੜੀ ਹੈਗੀ, ਉਹਦੀ ਕਿਰਤ ਮਾਇਆ ਦੀ ਹੈਗੀ ਆ, ਜੇ ਉਹਦੇ ਸੰਸਕਾਰ ਬਣੇ ਹੋਏ ਹੈਗੇ, ਜੇ ਉਹਨੇ ਜੋ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਉਹਦਾ ਬਟੂਆ ਖੁੱਲਣਾ ਹੈਗਾ। ਜੇ ਹਰ ਹਰ ਕੀਚੇ ਬਹੁਤ ਲੋਚੀਏ, ਕਿਰਤ ਨਾ ਮੇਟਿਆ ਜਾਏ। ਹਰ ਕਾ ਭਾਣਾ ਭਗਤੀ ਮੰਨਿਆ, ਸੇ ਭਗਤ ਪਾਏ ਦਰ ਥਾਏ। ਪਰਮਾਤਮਾ ਦਾ ਭਾਣਾ ਜਿਹੜਾ ਹੈਗਾ, ਭਗਤੀ ਜਿਹੜੇ ਮੰਨ ਲੈਂਦੇ ਆ ਭਾਈ। ਕਿਉਂਕਿ ਕਿਰਤ ਜਿਹੜਾ ਹੈਗਾ
ਕਿਰਤ ਨੇ ਜਿਹੜਾ ਹੈਗਾ ਇਹਨੇ ਆਪਾਂ ਨੂੰ ਪ੍ਰਭਾਵਿਤ ਕਰਨਾ ਹੀ ਕਰਨਾ ਹੈਗਾ। ਪਰ ਭਗਤ ਕੀ ਕਰਦੇ ਆ? ਭਗਤ ਦੁੱਖ ਸੁੱਖ ਦੇ ਵਿੱਚ ਸਮ ਦ੍ਰਿਸ਼ਟੀ ਰੱਖਦੇ ਆ। ਉਹ ਪਾਣਾ ਆ ਮਾਲਕ ਪਰਮਾ, ਜੋ ਹੋ ਗਿਆ ਮਾਲਕ ਦਾ ਪਾਣਾ ਮੰਨ ਕੇ ਜਿਹੜਾ ਹੈਗਾ ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ ਜਿਹੜੇ ਹੈਗੇ ਡਿੱਗਦੇ ਆ, ਫਿਰ ਉੱਠ ਜਾਂਦੇ ਆ, ਫਿਰ ਜਿਹੜੇ ਹੈਗੇ ਭਗਤੀ ਵੱਲ ਲੱਗ ਜਾਂਦੇ ਆ। ਭਾਈ ਹਰ ਕਾ ਪਾਣਾ ਭਗਤੀ ਮੰਨਿਆ, ਭਗਤਾਂ ਨੇ ਮੰਨਿਆ, ਸੇ ਭਗਤ ਪਾਏ ਦਰ ਥਾਏ। ਉਹ ਐਕਸੈਪਟ ਹੋ ਜਾਂਦੇ ਆ ਮਾਲਕ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ। ਗੁਰ ਸ਼ਬਦ ਦੜਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ। ਗੁਰੂ ਜਿਹੜਾ ਹੈਗਾ ਉਹ ਸ਼ਬਦ ਦੜਾ ਦਿੰਦਾ ਆ ਰੰਗ ਦੇ ਨਾਲ, ਜਿਹਦੇ ਨਾਲ ਰੰਗ ਚੜ ਜਾਣਾ ਹੈ। ਬਿਨ ਕਿਰਪਾ ਲਿਆ ਨਾ ਜਾਏ, ਔਰ ਕਿਰਪਾ ਤੋਂ ਬਗੈਰ ਜਿਹੜਾ ਹੈਗਾ ਇਹ ਸ਼ਬਦ ਜਿਹੜਾ ਹੈਗਾ ਨਹੀਂ ਲਿਆ ਜਾਂਦਾ। ਦੇਖੋ, ਕਿਉਂਕਿ ਜਿੱਥੇ ਵੀ ਸਤਸੰਗ ਹੈਗਾ ਉੱਥੇ ਸਾਰੇ ਜਾਂਦੇ ਆ ਭਾਈ, ਔਰ ਕੋਈ ਰੇਅਰ ਜਿਹੜਾ ਹੈਗਾ ਉਹ ਉਸ ਨੂੰ ਐਕਸੈਪਟ ਕਰ ਲੈਂਦਾ ਹੈ, ਉਹਦੇ ਤੇ ਕਿਰਪਾ ਹੋ ਜਾਂਦੀ ਹੈ। ਜਿਸ ਜਨ ਆਪਣੀ ਕਿਰਪਾ ਧਾਰੇ ਸੋ ਜਨ, ਜਾਕੋ ਆਪਣੀ ਕਿਰਪਾ ਧਾਰੇ ਸੋ ਜਨ ਰਸਨਾ ਨਾਮ ਉਚਾਰੇ। ਗੁਰ ਸ਼ਬਦ ਦੜਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ। ਜੇ 100 ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੇ ਧਾਏ। ਕਹਿੰਦੇ ਕੋਈ ਜੇ 100 ਵਾਰੀ ਅੰਮ੍ਰਿਤ ਪਾ ਦੀਏ, ਅੰਮ੍ਰਿਤ ਦੇ ਨਾਲ ਸਿੰਚ ਦੀਏ ਕੋਈ ਦਰਖਤ ਨੂੰ, ਕੋਈ ਇਨਸਾਨ ਨੂੰ, ਕਹਿੰਦੇ ਨਹੀਂ ਭਾਈ ਨਹੀਂ। ਜੇ ਉਹਦੇ ਅੰਦਰ ਜਿਹੜੀ ਹੈਗੀ ਨਹੀਂ ਉਹਦਾ ਇੰਟਰਸਟ ਹੈਗਾ, ਜੇ ਉਹਦਾ ਮਨ ਜਿਹੜਾ ਹੈਗਾ ਨਹੀਂ ਇਸ ਪਾਸੇ ਹੈਗਾ, ਤੇ ਉਹਨੇ ਨਹੀਂ ਉਹਦਾ ਕੋਈ ਰਿਜ਼ਲਟ ਨਹੀਂ ਆਉਣਾ, ਉਹਨੂੰ ਜ਼ਹਿਰ ਦਾ ਹੀ ਫਲ ਲੱਗਣਾ ਹੈ, ਕਿਉਂਕਿ ਉਹਦੇ ਅੰਦਰ ਉਹਦੀ ਖਿੱਚ ਜਿਹੜੀ ਆ ਉਸ ਪਾਸੇ ਨੂੰ ਹੈਗੀ। ਜੇ 100 ਅੰਮ੍ਰਿਤ ਨੀਰੀਏ ਪੀ ਬਿਖ ਫਲ ਲਾਗੇ ਧਾਏ। ਧਾਏ ਕਹਿੰਦੇ ਉਹਨੂੰ ਦੌੜ ਕੇ ਬਿਖ ਫਲ ਲੱਗਣੇ ਹੀ ਲੱਗਣੇ ਆ, ਉਹਦੇ ਚੋਂ ਬਿਖ ਦਾ ਜ਼ਹਿਰ ਦਾ ਹੀ ਫਲ ਨਿਕਲਣਾ ਹੈ ਉਹਦੇ ਵਿੱਚੋਂ, ਉਸ ਬੂਟੇ ਤੋਂ। ਸੇਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ। ਕਹਿੰਦੇ ਉਹ ਸੱਚੇ ਹੈ ਭਾਈ, ਨਿਰਮਲ ਆ, ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਨਾਲ ਖਿੱਚ ਪੈਦਾ ਹੋ ਜਾਂਦੀ ਹੈ, ਜਿਨ੍ਹਾਂ ਨੂੰ ਗੁਰੂ ਦੀ ਮੱਤ ਜਿਹੜੀ ਹੈਗੀ, ਜਿਹੜੇ ਗੁਰੂ ਦੀ ਮੱਤ ਨੂੰ ਜਿਹੜਾ ਹੈਗਾ ਆਪਣੀ ਮੱਤ ਨੂੰ ਗੁਰੂ ਦੀ ਮੱਤ ਨਾਲ ਰਿਪਲੇਸ ਕਰਨ ਲੱਗ ਪੈਂਦੇ। ਸਤਿਗੁਰ ਕਾ ਭਾਣਾ ਕਮਾਉਂਦੇ ਬਿਖ ਹਉਮੈ ਤਜ ਵਿਕਾਰ। ਕਹਿੰਦੇ ਫਿਰ ਉਹ ਜਿਹੜਾ ਹੈਗਾ ਜੋ ਸਤਿਗੁਰੂ ਕਹਿ ਰਹੇ ਆ, ਜੋ ਇਹ ਗਿਆਨ ਕਹਿ ਰਿਹਾ ਹੈ ਬ੍ਰਹਮ ਗਿਆਨ, ਉਹਨੂੰ ਕਮਾਈ ਕਰਦੇ ਆ, ਉਹਦੇ ਅਨੁਸਾਰ ਚੱਲਦੇ ਆ, ਤਾਂ ਉਹਨਾਂ ਦੀ ਹਉਮੈ ਜ਼ਹਿਰ ਜਿਹੜੀ ਹੈਗੀ ਤੇ ਵਿਸ਼ੇ ਵਿਕਾਰ ਜਿਹੜੇ ਹੈਗੇ ਇਹ ਛੁੱਟ ਜਾਂਦੇ ਆ, ਛੱਡ ਦਿੰਦੇ ਆ, ਤਜ ਜਾਂਦੇ ਆ। ਮਨ ਹਠ ਕਿਤੇ ਉਪਾਏ ਨਾ ਛੂਟੀਏ ਸਿਮਰਤ ਸ਼ਾਸਤਰ ਸੋਧੋ ਜਾਏ। ਕਹਿੰਦੇ ਭਾਈ ਜੇ ਆਪਾਂ ਚਾਹੀਏ ਵੀ ਮਨ ਦੇ ਨਾਲ ਹੱਠ ਕਰਕੇ ਜਿਹੜਾ ਹੈਗਾ ਕੋਈ ਹੋਰ ਉਪਾਏ, ਮਨ ਦੀ ਹੋਰ ਕਾਢ, ਕਰਮ ਕਾਂਡ ਇਹਨਾਂ ਦੇ ਦੁਆਰਾ ਜਿਹੜਾ ਹੈਗਾ ਸੋਚੀਏ ਵੀ ਆਪਾਂ ਛੁੱਟ ਜਾਵਾਂਗੇ, ਨਹੀਂ, ਕਹਿੰਦੇ ਨਹੀਂ ਛੁੱਟ ਸਕਦੇ ਭਾਈ। ਕਹਿੰਦੇ ਗਿਆਨ ਨੂੰ, ਸਿਮਰਤੀਆਂ ਸ਼ਾਸਤਰ ਇਹਨਾਂ ਨੂੰ ਸੋਧ ਕੇ ਦੇਖ ਲਓ ਭਾਈ, ਇਹਨਾਂ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਘੋਖ ਕੇ ਦੇਖ ਲਓ। ਇਹ ਧਾਰਮਿਕ ਗਿਆਨ ਨੂੰ, ਇਹਨਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਦੇਖ ਲਓ ਭਾਈ। ਮਨ ਹੱਠ ਦੇ ਨਾਲ, ਹੋਰ ਕਿਸੇ ਉਪਾਏ ਦੇ ਨਾਲ ਇਹ ਮਾਇਆ ਤੋਂ ਆਪਾਂ ਨਹੀਂ ਛੁੱਟ ਸਕਦੇ, ਭੌਜਲ ਸੰਸਾਰ ਤੋਂ ਨਹੀਂ ਨਿਕਲ ਸਕਦੇ। ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਏ। ਕਹਿੰਦੇ ਜੇ ਨਿਕਲਣਾ ਆ, ਉਭਰਨਾ ਆ, ਤੇ ਗੁਰੂ ਦੀ ਸੰਗਤ ਲੈਣੀ ਪਊਗੀ। ਮਿਲ ਸੰਗਤ, ਕਿਹਦੀ ਸੰਗਤ? ਸਾਧੂ, ਗੁਰੂ। ਉਭਰ ਜਾਂਦੇ ਆ ਕਿਸ ਤਰ੍ਹਾਂ? ਗੁਰ ਕਾ ਸ਼ਬਦ ਕਮਾਏ। ਜਿਹੜਾ ਗੁਰੂ, ਜਿਹੜਾ ਬ੍ਰਹਮ ਗਿਆਨ, ਇਹ 1430 ਅੰਗ ਐਸੇ ਸ਼ਬਦ ਦੇ ਬਾਰੇ ਜਿਹੜੇ ਹੈਗੇ ਆ, ਇਸੇ ਸ਼ਬਦ ਦੇ ਬਾਰੇ, ਇਸੇ ਦੀ ਕਮਾਈ ਕਰਨ ਦੇ ਬਾਰੇ ਕਹਿ ਰਹੇ ਆ, ਜਿਹੜਾ ਸ਼ਬਦ ਅੱਖਰਾਂ ਦੇ ਵਿੱਚ ਨਹੀਂ ਆਉਂਦਾ। ਮਿਲ ਸੰਗਤ ਸਾਧੂ ਉਬਰੈ ਗੁਰ ਕਾ ਸ਼ਬਦ ਕਮਾਏ। ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾਵਾਰ। ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਇਹੀ ਖਜ਼ਾਨਾ ਹੈਗਾ ਭਾਈ, ਇਹਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ ਉਸ ਮਾਲਕ ਪਰਮਾਤਮਾ ਦਾ। ਗੁਰਮੁਖੇ ਸਈ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ। ਉਹਨਾਂ ਦੇ ਕੋਲੇ ਨਾਮ ਨਿਧਾਨ ਆ ਜਾਂਦਾ ਹੈ, ਉਹਨਾਂ ਦੇ ਅੰਦਰ ਅੰਮ੍ਰਿਤ ਰਸ ਆ ਜਾਂਦਾ ਹੈ, ਸੋਹਣਾ ਜੀਵਨ ਹੋ ਜਾਂਦਾ ਹੈ ਉਹਨਾਂ ਦਾ।
ਜਿਨ੍ਹਾਂ ਤੇ ਮਾਲਕ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਆ, ਜਿਹੜੇ ਕਿਰਪਾ ਦੇ ਪਾਤਰ ਹੁੰਦੇ ਆ, ਜਿਹੜੀ ਜ਼ਮੀਨ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਹੈਗੀ ਆ ਜਿਹੜੀ ਉਪਜਾਊ ਜ਼ਮੀਨ ਹੁੰਦੀ ਆ ਉਸ ਤੇ ਕਿਰਪਾ ਹੋ ਜਾਂਦੀ ਹੈ। ਆਕਾਸ਼ ਜਿਹੜਾ ਹੈ ਆਕਾਸ਼ ਤੋਂ ਮੀਂਹ ਜਿਹੜਾ ਹੈਗਾ ਉਹ ਹਰ ਜਗ੍ਹਾ ਤੇ ਵਰ ਰਿਹਾ ਹੈ ਮੀਂਹ, ਪਰ ਉੱਥੇ ਜਿਹੜਾ ਹੈਗਾ ਜ਼ਮੀਨ ਜਿਹੜੀ ਹੈਗੀ ਆ ਜਿਹੜੀ ਉਪਜਾਊ ਹੈ ਉਹਨੇ ਕਣੀ ਲੈ ਲੈਣੀ ਆਪਣੇ ਅੰਦਰ, ਬਾਕੀ ਨੇ ਰੋੜ ਦੇਣੀ ਹੈ। ਗੁਰਮੁਖ ਸਹੀ ਸੋਂਦੇ ਜਿਨ ਕਿਰਪਾ ਕਰੇ ਕਰਤਾਰ, ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ। ਮਹਾਰਾਜ ਕਹਿ ਰਹੇ ਪਾਏ ਆਖਰੀ ਦੇ ਵਿੱਚ ਵੀ ਦਾਤਾ ਸਾਰਾ ਕੰਟਰੋਲਰ ਉਹ ਮਾਲਕ ਪਰਮਾਤਮਾ ਆਪ ਹੈਗਾ, ਹੋਰ ਦੂਸਰਾ ਕੋਈ ਹੈ ਹੀ ਨਹੀਂ ਹੈ। ਉਹਨੂੰ ਮਿਲਣਾ ਹੈਗਾ ਤੇ ਗੁਰੂ ਗਾਈਡ ਦੇ ਦੁਆਰਾ ਮਿਲਿਆ ਜਾ ਸਕਦਾ ਹੈ। ਗੁਰ ਪ੍ਰਸਾਦੀ ਪਾਈਏ, ਗੁਰੂ ਦੇ ਪ੍ਰਸਾਦ ਦੇ ਨਾਲ, ਆਹੀ ਗੁਰੂ ਦਾ ਪ੍ਰਸਾਦ ਹੈ। ਇਸੇ ਕਾਰਨ ਗੁਰੂ ਐਗਜ਼ਿਸਟੈਂਸ, ਇਸੇ ਕਾਰਨ ਬ੍ਰਹਮ ਗਿਆਨ ਹੈਗਾ, ਇਸੇ ਕਾਰਨ ਬ੍ਰਹਮ ਗਿਆਨੀ ਹੈਗੇ ਆ। ਗੁਰ ਪ੍ਰਸਾਦੀ ਪਾਈਏ ਕਰਮੇ ਪ੍ਰਾਪਤ ਹੋਏ, ਔਰ ਪ੍ਰਾਪਤ ਹੋਣਾ ਹੈ ਮਾਲਕ ਨੇ ਮਿਲਣਾ ਹੈ, ਉਹਦੀ ਬਖਸ਼ਿਸ਼ ਦੇ ਨਾਲ ਮਿਲਣਾ ਹੈ। ਔਰ ਬਖਸ਼ਿਸ਼ ਉਸ ਤੇ ਹੋਣੀ ਆ ਜਿਹੜਾ ਬਖਸ਼ਿਸ਼ ਦਾ ਪਾਤਰ ਹੈਗਾ, ਔਰ ਪਾਤਰਤਾ ਉਸ ਨੂੰ ਮਿਲਣੀ ਆ ਜਿਹੜਾ ਇਸ ਪਾਸੇ ਲੱਗ ਪਿਆ, ਜਿਹੜਾ ਇਹ ਕਰਮ ਕਰਨ ਲੱਗ ਪਿਆ, ਜਿਹੜਾ ਹੈਗਾ ਧਿਆਨ ਸਿਮਰਨ ਕਰਨ ਲੱਗ ਪਿਆ, ਉਹ ਪਾਤਰ ਹੋ ਜਾਏਗਾ ਭਾਈ। ਇਹ 2 ਅਸ਼ਟਪਦੀਆਂ ਹੋਈਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।